ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 10 ਮਾਰਚ, ਸਮਾਂ ਸ਼ਾਮ ਦੇ 6:30 ਦਾ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਤੁਸੀਂ ਫੋਨ ਕਾਲਸ ਕਰ ਸਕਦੇ ਹੋ 9216410666 ਅਤੇ 9814910666। ਅੱਜ ਵੋਟਾਂ ਦੇ ਨਤੀਜਿਆਂ ਦੇ ਉੱਤੇ ਗੱਲਬਾਤ ਕਰਾਂਗੇ। ਪੰਜਾਬ ਦੀ ਵਿਧਾਨ ਸਭਾ ਦੀ ਰੂਪ ਰੇਖਾ ਕਿਹੋ ਜਿਹੀ ਹੋ ਗਈ ਹੈ, ਉਹਦੇ ਉੱਤੇ ਗੱਲਬਾਤ ਕਰਾਂਗੇ। ਕੀ ਕਾਰਨ ਰਹੇ, ਵੋਟਰਾਂ ਦਾ ਮੂਡ ਕਿਹੋ ਜਿਹਾ ਰਿਹਾ, ਇਹ ਮੂਡ ਕਿਵੇਂ ਬਣਿਆ, ਤਮਾਮ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵਕਤ ਰੇਡੀਓ ਪੰਜਾਬ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਸ਼ੈਟਲ ਤੋਂ ਵਾਸ਼ਿੰਗਟਨ ਫਰੇਟ ਸਰਵਿਸ ਵੱਲੋਂ, ਜਿਹੜੇ ਕਿ ਪੰਜਾਬੀ ਅਤੇ ਅੰਗਰੇਜ਼ੀ ਡਿਸਪੈਚ ਕਰਦੇ ਨੇ। ਅਤੇ ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਕੁਝ ਵਪਾਰਕ ਸਨੇਹ ਲੈ ਲਈਏ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017972354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸੋ ਢਿੱਲੋਂ ਸਾਹਿਬ, ਤਸਵੀਰ ਜਿਸ ਤਰ੍ਹਾਂ ਆਪਾਂ ਪਹਿਲਾਂ ਕਹਿੰਦੇ ਸੀਗੇ ਕਿ ਰੋਲਰ ਕੋਸਟਰ ਵਾਂਗੂ, ਜੇਕਰ ਇੱਕ ਟੀਚਾ ਮਿਥਿਆ ਸੀ ਵੀ ਜੇਕਰ 45, ਤੁਸੀਂ ਥੋੜ੍ਹੀ ਜਿਹੀ ਉਸ ਤੋਂ ਵੱਧ ਫਿਗਰ ਕਹਿੰਦੇ ਸੀ, ਮੈਂ 45 ਕਹਿੰਦੇ, ਜੇ ਇੱਕ ਵਾਰੀ 45 ਕ੍ਰਾਸ ਕਰ ਗਈ, ਪਤਾ ਨਹੀਂ ਇਹ ਤਸਵੀਰ ਕਿੱਥੇ ਜਾ ਕੇ ਖੜੂਗੀ। ਸੋ ਇਹ ਜਾ ਕੇ ਖੜੀ ਜੀ ਪੰਜਾਬ ਦੇ ਵਿੱਚ 92 ਤੇ, ਆਮ ਆਦਮੀ ਪਾਰਟੀ 92 ਤੇ ਖੜ ਗਈ। 72 ਸੀਟਾਂ ਦਾ ਜਿਹੜਾ ਵਾਧਾ ਮਿਲਿਆ। ਅਤੇ ਜੇਕਰ ਗੱਲ ਕਰੀਏ ਤਾਂ ਕਾਂਗਰਸ ਨੂੰ 18 ਸੀਟਾਂ ਮਿਲ ਗਈਆਂ, 59 ਸੀਟਾਂ ਦਾ ਘਾਟਾ। ਅਕਾਲੀ ਦਲ ਨੂੰ 4 ਮਿਲ ਗਈਆਂ, 11 ਸੀਟਾਂ ਦਾ ਘਾਟਾ। ਬੀਜੇਪੀ ਨੂੰ 2 ਮਿਲ ਗਈਆਂ, 1 ਸੀਟ ਦਾ ਘਾਟਾ। ਅਤੇ ਆਜ਼ਾਦ ਜਿਹੜੇ ਆ ਜੀ, ਉਹਨਾਂ ਦੇ ਵਿੱਚੋਂ ਵੀ ਘਾਟਾ ਪਿਆ 1 ਦਾ। ਪਹਿਲਾਂ ਆਜ਼ਾਦ 2 ਸੀਗੇ, ਸਿਮਰਜੀਤ ਬੈਂਸ ਬ੍ਰਦਰਸ ਆਜ਼ਾਦ ਗਿਣੇ ਜਾਂਦੇ ਸੀ। ਜਿਵੇਂ ਕਿ ਕਿਹਾ ਸੀਗਾ ਕਿ ਦਿੱਗਜ ਜਿਹੜੇ ਨੇ ਉਹ ਕਿਸੇ ਵੀ ਸਮੇਂ ਲੋਟ ਨਹੀਂ ਲਾ ਸਕਦੇ। ਅਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੇਕਰ ਗੱਲ ਕਰੀਏ ਹੇਠੋਂ ਚੱਲਦੇ ਹੋਏ ਉੱਪਰ ਨੂੰ ਚੱਲੀਏ ਤਾਂ ਸਭ ਤੋਂ ਪਹਿਲਾਂ ਜਿਹੜੇ ਨਤੀਜੇ ਲੁਧਿਆਣੇ ਦੇ ਸ਼ੋਅ ਕਰਦੇ ਆ ਬੈਂਸ ਭਰਾਵਾਂ ਦਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਸਾਨੂੰ ਕੋਈ ਹਰਾ ਨਹੀਂ ਸਕਦਾ, ਅਤੇ ਜੇਕਰ ਉੱਥੋਂ ਚੱਲਦੇ ਚੱਲਦੇ ਇੱਕ ਪਰਿਵਾਰ 'ਤੇ ਆ ਜਾਈਏ
ਕੀ ਵੱਡਿਆ ਜੀ ਰੁਝਾਨ? ਦੇਖੋ ਗੱਲ ਇਹ ਹੈ ਕਿ ਕਿਹੜੇ ਘਟੇ ਤੇ ਕਿਹੜੇ ਵਧੇ, ਹੂੰ ਇਹ ਗੱਲ ਤਾਂ ਹੁਣ ਵਿਚਾਰਨ ਵਾਲੀ ਨਹੀਂ, ਹੂੰ ਹੂੰ ਕਿਉਂਕਿ ਇੱਕ ਪਾਸੇ ਹਨੇਰੀ ਹੈ ਹੂੰ ਤੇ ਦੂਜੇ ਪਾਸੇ ਜਿਹੜਾ ਹੈਗਾ ਕੰਮ ਸਾਫ਼ ਸਫਾਈ ਹੈ। ਜੀ ਵੱਡੀ ਗੱਲ ਇਹ ਹੈ ਵੀ ਹੋਊਗਾ ਕੀ। ਮੈਂ ਇਸ ਗੱਲ ਤੇ ਖੜਾ ਸੀ ਕਿ ਜੇ 55 ਤੋਂ ਘੱਟ ਰਹਿ ਗਈ ਹੂੰ ਹੂੰ ਫਿਰ ਇਹਨਾਂ ਦੀ ਸਰਕਾਰ ਨਹੀਂ ਬਣ ਦੇਣੀ ਕਿਸੇ ਨੇ, ਅੱਛਾ ਜੀ ਆਮ ਆਦਮੀ ਪਾਰਟੀ ਦੀ। ਪਰ ਜੇ 55 ਕ੍ਰਾਸ ਕਰਕੇ ਤੇ ਫਿਰ ਪਤਾ ਨਹੀਂ ਜਾ ਕੇ ਕਿੱਥੇ ਖੜਨਾ, ਹਨੇਰੀ ਕੁਛ ਵੀ ਆ ਸਕਦੀ, ਇਹ ਗੱਲ ਕਹਿੰਦੇ ਸੀ। ਹੂੰ ਹੂੰ ਪਰ ਮੈਂ ਇੱਕ ਸ਼ਬਦ ਵਰਤਿਆ ਸੀ, ਟੋਪ ਟਰੰਕ। ਜੀ ਤੁਸੀਂ ਦਿੱਗਜ ਕਹਿੰਦੇ ਹੋ, ਹਿੰਦੀ ਦਾ ਸ਼ਬਦ ਹੈ ਤੇ ਉਹਦੇ ਵਾਸਤੇ ਟੋਪ ਟਰੰਕ ਮੈਂ ਵਰਤਿਆ ਸੀ ਕਿ ਐਤਕੀ ਵੱਡੇ ਵੱਡੇ ਟੋਪ ਟਰੰਕ ਹੈ ਜਿਹੜੇ ਉਹ ਮਾਰ ਖਾਣਗੇ, ਡਿੱਗਣਗੇ। ਤੇ ਜਦੋਂ ਟੋਪ ਟਰੰਕਾਂ ਦੀ ਗੱਲ ਦੇਖਦੇ ਆ, ਟੋਪ ਟਰੰਕਾਂ ਨੂੰ ਤੁਸੀਂ ਸ਼ੁਰੂ ਕਰ ਲਓ ਪਟਿਆਲੇ ਤੋਂ। ਜੀ ਕੈਪਟਨ ਅਮਰਿੰਦਰ ਸਿੰਘ ਹਾਰ ਗਏ, ਹੂੰ ਸਾਬਕਾ ਮੁੱਖ ਮੰਤਰੀਆਂ ਚੋਂ ਦੇਖੀਏ ਪ੍ਰਕਾਸ਼ ਸਿੰਘ ਬਾਦਲ ਹਾਰ ਗਏ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਾਰ ਗਏ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਾਰ ਗਏ। ਫਿਰ ਅਸੀਂ ਦੇਖੀਏ ਬਾਦਲ ਸਾਹਿਬ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਹਾਰ ਗਏ, ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਵਿਕਰਮ ਸਿੰਘ ਮਜੀਠੀਆ ਉਹ ਹਾਰ ਗਏ। ਇਹ ਸਾਰੇ ਟੋਪ ਟਰੰਕ ਹੈ ਜਿਹੜੇ ਹਾਰਨ ਵਾਲੇ ਹੈ। ਤੇ ਇਹਨਾਂ ਟੋਪ ਟਰੰਕਾਂ ਦੇ ਵਿੱਚੋਂ ਇੱਕ ਬੰਦਾ ਹੋਰ ਹਾਰਿਆ ਜਿਹਦਾ ਨਾਂ ਹੈ ਚਰਨਜੀਤ ਸਿੰਘ ਚੰਨੀ। ਚੰਨੀ 2 ਸੀਟਾਂ ਤੇ ਖੜਾ ਹੋਇਆ ਸੀ ਔਰ ਦੋਨਾਂ ਸੀਟਾਂ ਤੋਂ ਹਾਰ ਗਿਆ। ਵੱਡੀ ਗੱਲ ਇਹ ਹੈ ਕਿ ਹਾਰਨਾ ਜਿੱਤਣਾ ਇੱਕ ਆਪਦੀ ਥਾਂ ਤੇ ਬਣੀ ਹੈ। ਇੱਕ ਹੁੰਦੀ ਆ ਹਾਰ, ਇੱਕ ਹੁੰਦੀ ਹੈ ਸਧਾਰਨ ਹਾਰ ਤੇ ਇੱਕ ਹੁੰਦੀ ਹੈ ਸ਼ਰਮਨਾਕ ਹਾਰ। ਹੁਣ ਜਦੋਂ ਅਸੀਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਦੇਖਦੇ ਹਾਂ, ਮੇਰੇ ਕੋਲੇ ਜੋ ਅੰਕੜਾ ਹੈ ਜੀ ਉਹ ਭਦੌੜ ਤੋਂ ਬਿਲਕੁਲ ਇੱਕ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਿਹੜਾ 2 ਕਮਰਿਆਂ ਦੇ ਘਰ 'ਚ ਰਹਿੰਦਾ ਹੈ, ਉਹਦੇ ਤੋਂ ਹਾਰਦਾ ਲਾਭ ਸਿੰਘ ਉਦੋਕੋ ਤੇ ਕਿੰਨੀਆਂ ਵੋਟਾਂ ਤੇ 37,000 ਦੇ ਫਰਕ ਨਾਲ। ਦੱਸੋ। ਔਰ ਚਮਕੌਰ ਸਾਹਿਬ ਤੋਂ ਉਹਦਾ ਸਿਰਨਾਮੀਆ ਹੀ ਹੈ ਡਾਕਟਰ ਚਰਨਜੀਤ ਸਿੰਘ ਚੰਨੀ, ਉਹ ਤੋਂ ਹਾਰਦਾ 8,000 ਵੋਟਾਂ ਨਾਲ। ਉਹਨਾਂ ਦਾ ਡਿਪਟੀ ਓਮ ਪ੍ਰਕਾਸ਼ ਸੋਨੀ ਜਿਹੜੇ ਨੂੰ ਕਹਿੰਦੇ ਸੀ ਕਦੇ ਹਾਰ ਹੀ ਨਹੀਂ ਸਕਦਾ। ਔਰ ਇਹ ਓਮ ਪ੍ਰਕਾਸ਼ ਸੋਨੀ ਉਹ ਹੈ ਜਿਹਨੇ ਬਹੁਤ ਲੰਬੇ ਸਮੇਂ ਦੇ ਪਾਰਲੀਮੈਂਟ ਮੈਂਬਰ ਹੋਇਆ ਕਰਦੇ ਸੀ ਰਘੁਨੰਦਨ ਲਾਲ ਭਾਟੀਆ ਕਦੇ ਹਾਰੇ ਨਹੀਂ ਸੀ। ਤੇ ਜੇ ਉਹਨਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਉਹਦੇ ਵਿੱਚ ਇਸ ਬੰਦੇ ਦਾ ਵੱਡਾ ਯੋਗਦਾਨ ਹੈ। ਪਰ ਇਹ ਕਾਂਗਰਸ ਪਾਰਟੀ ਹੈ, ਅਜੀਬ ਪਾਰਟੀ ਹੈ ਜੀ ਕਿ ਜਿਹਨੇ ਉਹਨਾਂ ਦਾ ਕਈ ਵਾਰੀ ਦਾ ਪਾਰਲੀਮੈਂਟ ਦਾ ਮੈਂਬਰ ਹਰਾਇਆ ਹੋਵੇ, ਜਿਹੜਾ ਦੇਸ਼ ਦਾ ਵਿਦੇਸ਼ ਮੰਤਰੀ ਰਿਹਾ ਹੋਵੇ। ਇਹਨਾਂ ਨੇ ਚੱਕ ਕੇ ਉਹਨੂੰ ਮਾਨ ਤਾਨ ਨਾਲ ਨਾ ਸਿਰਫ ਟਿਕਟ ਦਿੱਤੀ, ਉਹਨੂੰ ਵਜ਼ੀਰ ਬਣਾਇਆ ਤੇ ਹੁਣ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਤਾ ਜੀ। ਉਹ ਵੀ ਹਾਰ ਗਿਆ ਜੀ। ਉਹ ਹਾਰਦਾ 14,000 ਤੇ 26 ਵੋਟਾਂ ਨਾਲ। ਮਨਪ੍ਰੀਤ ਸਿੰਘ ਬਾਦਲ ਲਗਭਗ 64,000 ਵੋਟਾਂ ਨਾਲ ਹਾਰਦਾ। ਕਿਸ ਬੰਦੇ ਤੋਂ? ਜਗਰੂਪ ਸਿੰਘ ਗਿੱਲ ਤੋਂ। ਔਰ ਜਗਰੂਪ ਸਿੰਘ ਗਿੱਲ ਇੱਕ ਅਜਿਹਾ ਸ਼ਖਸ ਜੀ ਜਿਹਦੀ ਇਮਾਨਦਾਰੀ ਦੇ ਉੱਤੇ ਲੋਕ ਅੱਜ ਨਾਜ਼ ਕਰਦੇ ਹੈ, ਉਹਦੇ ਤੇ ਫਖਰ ਕਰਦੇ ਹੈ। ਔਰ ਉਹ ਬੰਦੇ ਨੇ ਕਦੇ ਕਿਸੇ ਨੂੰ ਮੇਰਾ ਖਿਆਲ ਹੈ ਵੀ ਔਖਾ ਤਾਂ ਬੋਲੇ ਨਹੀਂ, ਮਿੱਠ ਬੋਲਣਾ ਬੰਦਾ। ਤੇ ਅੱਜ ਵੀ ਜਿੱਤਣ ਤੋਂ ਬਾਅਦ ਜਦੋਂ ਉਹਨੂੰ ਪੱਤਰਕਾਰ ਪੁੱਛ ਰਹੇ ਸੀ ਕਿ ਜਗਰੂਪ ਸਿੰਘ ਜੀ ਤੁਸੀਂ ਵਿੱਤ ਮੰਤਰੀ ਨੂੰ ਹਰਾਇਆ ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ, ਉਹ ਬੰਦੇ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਚੱਲ ਪਏ ਤੇ ਦਾ ਗਲਾ ਵੀ ਭਰਿਆ ਸੀ। ਉਹ ਕਹਿੰਦਾ ਮੈਂ ਦੇਣ ਕਿਵੇਂ ਦੇਊਂਗਾ, ਐਡੀ ਵੱਡੀ ਤਾਕਤ ਨਾਲ। ਕਹਿੰਦਾ ਮੇਰਾ ਮੱਥਾ ਲੱਗਿਆ ਸੀ ਇਸ ਤਾਕਤ ਦੇ ਨਾਲ ਕਿ ਮੈਂ ਜਿੱਤ ਜੂ। ਮੈਂ ਤਾਂ ਕਦੇ ਇਹ ਨਹੀਂ ਸੋਚਿਆ ਸੀ, ਪਰ ਮੈਂ 64,000 ਵੋਟਾਂ ਦੇ ਫਰਕ ਨਾਲ ਜਿੱਤੂਗਾ ਇਹ ਤਾਂ ਕਦੇ ਸੋਚਿਆ ਨਹੀਂ। ਕੁਝ ਦਿਨ ਪਹਿਲਾਂ ਆਪਾਂ ਇੱਕ ਵਿਆਹ ਤੇ ਇਕੱਠੇ ਹੋਏ ਸਾਂ ਜੀ। ਉਸ ਵਿਆਹ ਦੇ ਉੱਤੇ ਮੈਂ ਜਿਵੇਂ ਜਾ ਕੇ ਬੈਠੇ ਸੀ ਸਾਰੇ ਸੱਜਣਾ 'ਚ, ਗਿੱਲ ਸਾਹਿਬ ਵੀ ਬੈਠੇ ਸੀ, ਤੁਸੀਂ ਨਾਲ ਹੀ ਸੀ ਤੇ ਮੈਨੂੰ ਤੁਸੀਂ ਬੁਲਾਇਆ ਸੀ ਵੀ ਗਿੱਲ ਸਾਹਿਬ ਇੱਧਰ ਬੈਠੇ ਹੈ। ਮੈਂ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਂ ਨਾਲ ਕਹਿੰਦਾ MLA ਸਾਹਿਬ ਕੀ ਹਾਲ ਹੈ। ਉਹ ਬੰਦੇ ਨੇ ਥੋੜਾ ਜਿਹਾ ਨਾ ਨੀਵੀਂ ਪਾ ਲਈ ਵੀ ਮੈਨੂੰ ਕਿਤੇ ਟਿਚਰਾਂ ਕਰਦੇ। ਨਾਲ ਇੱਕ ਹੋਰ ਸੱਜਣ ਸਾਡਾ ਭਾਈਚਾਰਾ ਸਰਦਾਰ ਬਲਦੇਵ ਸਿੰਘ ਢਿੱਲੋਂ ਸਿੰਘ ਸਭਾ ਗੁਰੂ ਘਰ ਦੇ ਪ੍ਰਧਾਨ ਰਹੇ ਹੈ। ਉਹ ਮੈਨੂੰ ਕਹਿੰਦੇ ਭਾਈਚਾਰਿਆ ਜਿਹੜੀ ਤੂੰ ਇਹ ਗੱਲ ਕਰਦਾ ਸੱਚੀ ਹੈ, ਸੱਚਮੁੱਚ ਗਿੱਲ ਸਾਹਿਬ ਜਿੱਤ ਜੂ? ਮੈਂ ਕਿਹਾ ਯਾਰ 101%। ਤੇ ਗਿੱਲ ਸਾਹਿਬ ਨੂੰ ਇਹ ਸੀ ਵੀ ਮੈਨੂੰ ਨਾ ਐਂ ਲੱਗਦਾ ਜਿਵੇਂ ਸੁਪਨਾ ਜਿਹਾ ਆਉਂਦਾ ਵੀ ਮੈਨੂੰ ਇੰਨੀਆਂ ਵੋਟਾਂ ਪੈ ਗਈਆਂ। 64,000 ਵੋਟਾਂ ਦੇ ਫਰਕ ਨਾਲ ਮਨਪ੍ਰੀਤ ਸਿੰਘ ਬਾਦਲ ਦਾ ਹਾਰਨਾ। ਖਾਲਾ ਜੀ ਦਾ ਬਾੜਾ ਜੀ ਲਓ ਜੀ, ਰਜੀਆ ਸੁਲਤਾਨਾ ਬੜਾ ਖੱਬੀ ਖਾਨ ਉਹਦਾ ਘਰ ਵਾਲਾ, DGP ਮੁਹੰਮਦ ਮੁਸਤਫਾ, ਉਹ ਹਾਰਦੀ ਹੈ 21,686 ਵੋਟਾਂ ਤੇ ਜੀ। ਉਹ ਤੋਂ ਬਾਅਦ ਵਿਜੇਂਦਰ ਸਿੰਘਲਾ 36,430 ਵੋਟਾਂ ਤੇ ਜੀ। ਭਾਰਤ ਭੂਸ਼ਣ ਆਸ਼ੂ ਇਹ ਲੁਧਿਆਣੇ ਦਾ ਗਾਉਂਡਰ ਗੈਂਗਸਟਰ ਜਿਹਨੇ ਬਲਵਿੰਦਰ ਸਿੰਘ ਕੀ ਸੇਖੋਂ ਹੈ DSP ਦਾ ਨਾਮ, ਉਹਨੂੰ ਵਿਚਾਰੇ ਨੂੰ ਡਿਸਮਿਸ ਕਰਵਾਇਆ। ਇਹ ਹਾਰਿਆ 7400 ਤੇ 40 ਵੋਟਾਂ ਤੇ ਜੀ। ਰਣਦੀਪ ਸਿੰਘ ਨਾਭਾ, ਇਹਨੂੰ ਕਾਕਾ ਜੀ ਵੀ ਕਹਿੰਦੇ ਹੈ, ਰਣਜੀਤ ਸਿੰਘ ਨਾਭਾ ਵੀ ਬਹੁਤ ਵੱਡੇ ਫਰਕ ਨਾਲ ਹਾਰਿਆ। ਰਾਜਕੁਮਾਰ ਵੇਰਕਾ 44,919 ਤੇ। ਔਰ ਸੰਗਤ ਸਿੰਘ ਗਿਲਜੀਆਂ ਇਹ ਕਦੇ ਨਹੀਂ ਹਾਰਿਆ ਸੀ 4,000 ਤੇ। ਗੁਰਕੀਰਤ ਸਿੰਘ ਕੋਟਲੀ ਬੇਅੰਤ ਸਿੰਘ ਦਾ ਪੋਤਰਾ 3ਜੇ ਨੰਬਰ ਤੇ ਰਿਹਾ ਜੀ ਇਹ ਖੰਨਾ ਸੀਟ ਤੋਂ
ਤੇ ਦੂਜੇ ਨੰਬਰ ਤੇ ਅਕਾਲੀ ਦਲ ਦਾ ਜਸਦੀਪ ਸਿੰਘ ਜਾਦੂ ਹੈ ਜੀ ਤੇ ਹੋਰ ਵੀ ਕਈ ਹਾਰੇ ਹੈ। ਤੇ ਜੇ ਇਹਨਾਂ ਦੇ ਵਿੱਚੋਂ ਦੇਖੀਏ ਸਭ ਤੋਂ ਵੱਡੀਆਂ ਹਾਰਾਂ ਵਾਲੇ ਜਿਹੜੇ ਬੰਦੇ ਦੇਖਦੇ ਆ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਉਹਨਾਂ ਦੇ ਵਿੱਚੋਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਾਰੇ ਹੈ। ਹਾਂਜੀ। ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਵਿੱਚ ਮੈਂ ਪਿਛਲੇ ਸਮੇਂ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਇਲੈਕਸ਼ਨ ਵਾਲੇ ਦਿਨ ਗੱਲ ਹੋਈ ਸੀ। ਮੈਨੂੰ ਉਹਨੇ ਪੁੱਛਿਆ, ਕਹਿੰਦੇ ਵੀ ਕੀ ਹੋਊਗਾ ਜੀ। ਮੈਂ ਉਹਨਾਂ ਨੇ ਕਿਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਇਲੈਕਸ਼ਨ 1957 ਚ ਲੜੀ ਸੀ ਜੀ, ਜਿੱਤ ਗਏ ਸੀ ਥੋੜੀਆਂ ਜਿਹੀਆਂ ਵੋਟਾਂ ਨਾਲ। ਲੇਕਿਨ ਜਦੋਂ ਇਹ ਗਿਣਤੀ 'ਚ ਬੈਠੇ ਸੀ ਤੇ ਗਿਣਤੀ ਹੋ ਰਹੀ ਸੀ, ਗਿਣਤੀ ਦੇ ਵਿੱਚ ਕਾਮਰੇਡ ਚਰਨਜੀਤ ਲਾਲ ਧੀਰ ਵੱਧ ਰਿਹਾ ਸੀ ਲਗਾਤਾਰ ਮਲਵਈ ਪਿੰਡਾਂ 'ਚੋਂ, ਤੇ ਬਾਦਲ ਸਾਹਿਬ ਬੇਹੋਸ਼ੀ 'ਚ ਚਲੇ ਗਏ ਸੀ। ਅੱਛਾ। ਉਦੋਂ ਮੈਂ ਇਹ ਗੱਲ ਕਹੀ ਸੀ ਕਿ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੀ ਜਿਹੜੀ ਪਹਿਲੀ ਇਲੈਕਸ਼ਨ ਹੈ ਬਾਦਲ ਸਾਹਿਬ ਉਹਦੇ 'ਚ ਵੀ ਬੇਹੋਸ਼ ਹੋਏ ਸੀ ਤੇ ਕਿਤੇ ਅਖੀਰ ਤੇ ਵਿੱਚ ਇਹਦੇ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਵੀ ਬਾਦਲ ਸਾਹਿਬ ਦੀ ਹਾਲਤ ਜਿਹੜੀ ਹੈਗੀ ਉਹ ਠੀਕ ਨਹੀਂ ਰਹੂਗੀ। ਉਹ ਕੁਝ ਢਿੱਲੇ ਮਿੱਠੇ ਹੋ ਜਾਣਗੇ। ਤੇ ਅੱਜ ਮੈਨੂੰ ਜਾਣਕਾਰੀ ਮਿਲੀ ਹੈ ਵੀ ਉਹਨਾਂ ਦੀ ਤਬੀਅਤ ਕੋਈ ਬਹੁਤੀ ਸਾਜ਼ਗਾਰ ਨਹੀਂ ਹੈ। ਮੈਂ ਨਾ ਸਾਜ਼ ਨਹੀਂ ਕਹਿੰਦਾ, ਬਜ਼ੁਰਗ ਹੈ, ਵੱਡੀ ਉਮਰ ਹੈ, ਸਾਬਕਾ ਮੁੱਖ ਮੰਤਰੀ ਹੈ, 5 ਵਾਰਾਂ ਦੇ, 11 ਵਾਰ ਦੇ MLA ਹੈ ਜੀ। ਇੱਕ ਵਾਰੀ ਹਾਰੇ ਸੀ 1967 ਦੇ ਵਿੱਚ ਤੇ ਦੂਜੀ ਵਾਰੀ ਹਾਰੇ ਆ ਹੁਣ। ਇਹ ਤੋਂ ਪਹਿਲਾਂ ਇੱਕ ਜਿਹੜੀ ਹੈਗੀ ਇਸ ਪਰਿਵਾਰ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ 1999 ਚ, ਜਦੋਂ 5000 ਵੋਟਾਂ ਦੇ ਫਰਕ ਨਾਲ ਬਾਦਲ ਸਾਹਿਬ ਦਾ ਬੇਟਾ ਸੁਖਬੀਰ ਸਿੰਘ ਬਾਦਲ ਫਰੀਦਕੋਟ ਤੋਂ ਪਾਰਲੀਮੈਂਟ ਦੀ ਚੋਣ ਹਾਰਿਆ ਸੀ। ਹੁਣ ਅੱਗੇ ਹਾਰ ਉਹ ਸ਼ਰਮਨਾਕ ਨਹੀਂ ਸੀ, ਮੈਨੂੰ ਲੱਗਦਾ ਨਹੀਂ ਉਹ ਸ਼ਰਮਨਾਕ ਇਸ ਕਰਕੇ ਹੈ। ਉਹ ਸ਼ਰਮਨਾਕ ਇਸ ਕਰਕੇ ਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸੀ। ਇਹਨਾਂ ਦਾ ਬੇਟਾ ਜਿਹੜਾ ਹਾਰਿਆ ਉਹ ਹਾਰਿਆ ਸੀ ਆਪਣੇ ਮਿਨਿਸਟਰ ਹੁੰਦਾ ਹੋਇਆ, ਕੇਂਦਰੀ ਵਜ਼ੀਰ ਹੁੰਦਾ ਹੋਇਆ ਹਾਰਿਆ ਸੀ। ਇਹ ਸ਼ਰਮਨਾਕ ਹਾਰੇ ਇਸ ਤਰ੍ਹਾਂ ਹੁੰਦੀ ਹੈ ਜਦੋਂ ਬੰਦਾ ਪਾਵਰ ਚ ਹੋਵੇ। ਇੱਕ ਪਾਸੇ ਇੱਕ ਸਧਾਰਨ ਬੰਦਾ ਜਿਹਦੇ ਕੋਲ ਪੈਸੇ ਨਹੀਂ, ਇੱਕ ਪਾਸੇ ਇਹਨਾਂ ਨੇ ਪੈਸਿਆਂ ਦਾ ਮੀਂਹ ਵਰਾਤਾ ਸੀ। ਐਤਕੀ ਵੀ ਪੈਸਿਆਂ ਦਾ ਮੀਂਹ ਭਰਾਉਣ ਦੇ ਵਿੱਚ ਤਾਂ ਕੋਈ ਕਸਰ ਨਹੀਂ ਛੱਡੀ। ਪਰ 25-50 ਕਰੋੜ ਪਰ ਦਾਨੇਵਾਲੀਆ ਸਾਹਿਬ ਜਿਸ ਬੰਦੇ ਦੇ ਹੱਥੋਂ ਹਾਰਿਆ ਉਸ ਬੰਦੇ ਦੇ ਹੱਥ ਵਿੱਚ ਕਿਰਦਾਰ, ਉਹਦੇ ਬਾਪ ਸਰਦਾਰ ਜਗਦੇਵ ਸਿੰਘ ਖੁੱਡੀਆਂ 1999 ਦੇ ਵਿੱਚ ਜਿਵੇਂ ਹੁਣ ਹਨੇਰੀ ਆਈ ਹੈ, ਉਸ ਹਨੇਰੀ ਦੇ ਵਿੱਚ ਜਦੋਂ ਟਿਕਟ ਦਿੱਤੀ ਸੀਗੀ ਉਹਨਾਂ ਨੂੰ ਯੂਨਾਈਟਿਡ ਸਾਂਝੇ ਅਕਾਲੀ ਦਲ ਨੇ, ਸਿਮਰਜੀਤ ਸਿੰਘ ਮਾਨ ਹੋਰਾਂ ਦੇ ਅਕਾਲੀ ਦਲ ਨੇ, ਮਾਨ ਸਾਹਿਬ ਤਾਂ ਉਸ ਵੇਲੇ ਜੇਲ੍ਹ ਦੇ ਵਿੱਚ ਅੰਦਰ ਸੀ, ਦਿੱਤੀ ਸੀ ਬਾਬਾ ਜੋਗਿੰਦਰ ਸਿੰਘ ਹੋਰਾਂ ਨੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਨੇ। ਔਰ ਉਸ ਰਾਤ ਨੂੰ ਘਰੇ ਆਉਂਦੇ ਆ, ਤੜਕੇ ਆ ਕੇ ਕਹਿੰਦੇ ਆ ਗੁਰਮੀਤ ਗੱਡੀਆਂ ਆਪਣੇ ਪਿੰਡ 'ਚ ਜੀਪਾਂ ਵੇਖੋ ਯਾਰ, ਕੋਈ 2-4 ਹੈਗੀਆਂ ਤਾਂ ਆਪਾਂ ਨੂੰ ਟਿਕਟ ਮਿਲ ਗਈ। ਘਰੋਂ ਤੁਰੇ ਇਕੱਲੇ, ਕੋਈ ਨਹੀਂ ਨਾਲ ਬੇਟਾ ਹੈ, ਭਾਣਜਾ ਹੈ, ਔਰ ਲੰਬੀ ਆਉਂਦੇ, ਲੰਬੀ ਲਿਆਓ ਜੀ ਕਰੋ, ਆਪਾਂ ਹਾਰ ਪਾਈਏ ਕੁਛ ਹੋਰ। ਉਹ ਕਹਿੰਦੇ ਯਾਰ ਪੈਸਿਆਂ ਦੀ ਲੋੜ ਹੈ। ਹਾਰ ਕੀ, ਲੋਕਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਜੀ। ਇਹੋ ਜਿਹੀ ਹਨੇਰੀ ਆਈ, ਲੋਕ ਪੈਸੇ ਵੀ ਇਕੱਠੇ ਕਰੀ ਗਏ, ਵੋਟਾਂ ਵੀ ਪਾਈ ਗਏ, ਪਾਰਲੀਮੈਂਟ ਦੇ ਮੈਂਬਰ ਬਣ ਗਏ ਜੀ। ਲੇਕਿਨ ਜਿਸ ਢੰਗ ਦੇ ਨਾਲ ਮੈਂਬਰ ਪਾਰਲੀਮੈਂਟ ਸਰਦਾਰ ਜਗਦੇਵ ਸਿੰਘ ਖੁੱਡੀਆਂ ਦਾ ਅੰਤ ਹੋਇਆ ਜੀ, ਜਿਵੇਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰਿਕਾਰਡ ਇਹਦੀ ਸ਼ਾਦੀ ਭਰਦਾ ਜੀ। ਉਸ ਚੀਜ਼ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਬਹੁਤ ਵੱਡੀ ਡੂੰਘੀ ਸੱਟ ਮਾਰੀ ਸੀ। ਗੁਰਮੀਤ ਸਿੰਘ ਖੁੱਡੀਆਂ ਨੇ ਉਹਦੇ ਪਰਨ ਕਰ ਲਿਆ ਸੀ ਕਿ ਉਹਨਾਂ ਤਾਕਤਾਂ ਦੇ ਵਿਰੁੱਧ ਲੜਾਈ ਲੜੂੰਗਾ ਤੇ ਆਖਰੀ ਸਾਹ ਤੱਕ ਲੜੂੰਗਾ ਜਿਹੜੇ ਮੇਰੇ ਪਿਓ ਨੂੰ ਖਤਮ ਕਰਨ ਵਾਲੇ ਹੈ। ਦਾਨੇਵਾਲੀਆ ਸਾਹਿਬ ਉਦੋਂ ਉਹ ਅਕਾਲੀ ਦਲ ਅੰਮ੍ਰਿਤਸਰ 'ਚ ਸੀ, ਮਾਨ ਸਾਹਿਬ ਦੇ ਨਾਲ ਚਲੇ ਗਏ, ਵਰਕਿੰਗ ਕਮੇਟੀ ਦੇ ਮੈਂਬਰ ਸੀ ਜੀ। 1999 ਦੀ ਪਾਰਲੀਮੈਂਟ ਦੀ ਚੋਣ ਹੁੰਦੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਕਹਿੰਦੇ ਗੁਰਮੀਤ ਸਿੰਘ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜ। ਕਹਿੰਦਾ ਮਾਨ ਸਾਹਿਬ ਨਹੀਂ, ਮੇਰੇ ਪਿਓ ਦੇ ਜਿਹੜੇ ਡਾਢੇ ਦੁਸ਼ਮਣ ਹੈ ਉਹ ਬਾਦਲ ਪਰਿਵਾਰ ਵਾਲੇ ਹੈ ਜੀ। ਮੇਰਾ ਪਰਨ ਹੈ ਕਿ ਮੈਂ ਇਹਨਾਂ ਦੇ ਖਿਲਾਫ ਲੜਨਾ ਤਾਂ ਜ਼ਿੰਦਗੀ ਮੈਂ ਲੜਾਈ ਲੜੂੰਗਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਜਿੱਤ ਨਹੀਂ ਪ੍ਰਾਪਤ ਕਰਦਾ ਜੀ। ਮੈਂ ਨਹੀਂ ਲੜ ਸਕਦਾ ਜੇ ਮੈਂ ਖੜਾ ਹੋਊਂਗਾ, ਜਿਹੜੀਆਂ ਵੋਟਾਂ ਮੈਂ ਲਊਂਗਾ ਉਹਨਾਂ ਵੋਟਾਂ ਇਹ ਉਹ ਵੋਟਾਂ ਹੋਣਗੀਆਂ ਜਿਹੜੀਆਂ ਬਾਦਲਾਂ ਨੂੰ ਪੈਣੀਆਂ ਨਹੀਂ। ਇਹ ਦੂਜੇ ਉਮੀਦਵਾਰ ਦੀਆਂ ਟੁੱਟਣਗੀਆਂ, ਜਗਮੀਤ ਸਿੰਘ ਬਰਾੜ ਦੀਆਂ ਟੁੱਟਣਗੀਆਂ, ਉੱਥੇ ਉਹਦਾ ਨੁਕਸਾਨ ਹੋ ਜੂ, ਇਹਨਾਂ ਨੂੰ ਫਾਇਦਾ ਹੋਊ। ਟੈਕਟੀਕਲ ਦੇਖੋ ਤੁਸੀਂ ਬੰਦੇ ਦੀ ਅਪਰੋਚ ਕੀ ਹੈ ਜੀ। ਉਹ ਕਹਿੰਦਾ ਵੀ ਸਭ ਤੋਂ ਵੱਡੇ ਦੁਸ਼ਮਣ ਤਾਂ ਇਹ, ਇਹਨਾਂ ਦੇ ਖਿਲਾਫ ਜੇ ਸਿਆਸੀ ਦੁਸ਼ਮਣੀ ਕੱਢਣੀ ਤੇ ਇਹਨਾਂ ਦੇ ਖਿਲਾਫ ਲੜਨ ਦੀ ਬਜਾਏ ਮੈਨੂੰ ਚਾਹੀਦਾ ਮੈਂ ਜਗਮੀਤ ਸਿੰਘ ਬਰਾੜ ਦੀ ਮਦਦ ਕਰਦਿਆਂ। ਉਹ ਗੁਰਸਿੱਖ ਹੈ, ਬੜਾ ਵਧੀਆ ਬੰਦਾ ਹੈ। ਤਾਂ ਮਾਨ ਸਾਹਿਬ ਕਹਿੰਦੇ ਫਿਰ ਤੈਨੂੰ ਪਾਰਟੀ ਛੱਡਣੀ ਪੈਣੀ ਹੈ। ਉਹ ਕਹਿੰਦਾ ਜੀ ਲੈ ਲਓ ਪਾਰਟੀ ਦਾ ਅਸਤੀਫਾ ਲੈ ਲਓ। ਪਾਰਟੀ ਛੱਡੀ, ਜਗਮੀਤ ਸਿੰਘ ਬਰਾੜ ਦੀ ਮਦਦ ਕੀਤੀ ਔਰ ਉਹਨੂੰ ਜਿਤਾਇਆ ਤੇ ਇਸੇ ਲੰਬੀ ਹਲਕੇ ਤੋਂ 5000 ਵੋਟ ਦੇ ਫਰਕ ਨਾਲ ਸਰਦਾਰ ਜਗਮੀਤ ਸਿੰਘ ਬਰਾੜ ਅੱਗੇ ਗਏ ਸੀ ਤੇ ਉਹਦਾ ਕਰਕੇ ਜਿੱਤੇ ਸੀ। ਔਰ ਉਦੋਂ ਨਾਲ ਕੌਣ ਸੀ? ਉਦੋਂ ਨਾਲ ਸੀ ਸਰਦਾਰ ਤੇਜਾ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਗੌਡਫਾਦਰ ਜਿਹੜਾ ਪੋਲੀਟੀਕਲ ਗੌਡਫਾਦਰ ਸੀ ਉਹ ਸੀ। ਉਹਨਾਂ ਨੇ ਦੋਨਾਂ ਨੇ ਮਿਲ ਕੇ ਸਾਰਾ ਕੰਮ ਕੀਤਾ। ਫਿਰ 2 ਇਲੈਕਸ਼ਨਾਂ ਲੜ ਗਿਆ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਨੇ ਇਹਨਾਂ ਦੀ ਉਹਦੇ ਵਾਸਤੇ ਕੰਮ ਕੀਤਾ। ਔਰ ਹੁਣ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਕੰਮ ਕੀਤਾ। ਲੇਕਿਨ ਬੰਦੇ ਦੀ ਕਦਰ ਨਹੀਂ ਪਈ ਸੀ। ਉਹ ਬੰਦੇ ਨੇ ਜਿਵੇਂ ਲੜਾਈ ਲੜੀ, ਉਹਨੂੰ ਮਦਦ ਕਰਨ ਦੀ ਬਜਾਏ ਜਿਹੜੇ ਧੱਕੇ ਅਕਾਲੀ ਸਰਕਾਰ 'ਚ ਹੁੰਦੇ ਰਹੇ, ਕਾਂਗਰਸ ਸਰਕਾਰ 'ਚ ਵੀ ਉਹੀ ਹੁੰਦੇ ਰਹੇ। ਪਰ ਉਹ ਜਿਵੇਂ ਡਟਿਆ ਰਿਹਾ, ਸੱਚ ਤੇ ਪਹਿਰਾ ਦਿੱਤਾ,
ਉਸ ਸੱਚ ਤੇ ਪਹਿਰਾ ਦੇਣ ਦਾ ਨਤੀਜਾ ਇਹ ਹੋਇਆ ਕਿ ਲੋਕ ਉਹਦੇ ਨਾਲ ਜੁੜ ਗਏ ਔਰ ਲੋਕਾਂ ਦੀ ਜਿਹੜੀ ਉਹਦੇ ਨਾਲ ਗੰਢ ਵੱਜੀ, ਉਹ ਗੰਢ ਐਡੀ ਪੀਡੀ ਵੱਜ ਗਈ ਕਿ ਹੁਣ ਜਦੋਂ ਇਹ ਮੌਕਾ ਆਇਆ ਵੀ ਉਹਨੇ ਕਿਹਾ ਯਾਰ ਲੜਾਈ ਲੜਨੀ ਆਪਾਂ ਜੀ, ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਆਮ ਆਦਮੀ ਪਾਰਟੀ ਦੇ ਇੰਚਾਰਜ ਦਾਨੇਵਾਲੀਆ ਸਾਹਿਬ ਜਿਹੜੀ ਹੈ ਮੇਰਾ ਖਿਆਲ ਹੈ ਵੀ ਮੋਰ ਦੈਨ 10,000 ਤੋਂ ਵੱਧ ਵੋਟਾਂ ਦੇ ਨਾਲ ਹਾਂਜੀ ਹਾਂਜੀ 5 ਵਾਰ ਦੇ ਮੁੱਖ ਮੰਤਰੀ ਨੂੰ ਹਰਾਤਾ। ਮੇਰੀ ਗੱਲ ਯਾਦ ਆ ਗਈ ਦਾਨੇਵਾਲੀਆ ਸਾਹਿਬ ਕਈ ਵਾਰੇ ਪਹਿਲਾਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ 1997 ਚ ਮੁੱਖ ਮੰਤਰੀ ਬਣਦੇ ਹੈ ਜੀ, ਤੇ ਬਾਦਲ ਸਾਹਿਬ ਪੀਪੀਐਸ ਨਾਭਾ ਚਲੇ ਗਏ। ਪੀਪੀਐਸ ਨਾਭਾ ਚਲੇ ਗਏ, ਉੱਥੇ ਗੁਰਮੀਤ ਸਿੰਘ ਖੁੱਡੀਆਂ ਵੀ ਗਿਆ, ਉਹ ਵੀ ਆਡੀਅנס ਬੈਠਾ। ਹੁਣ ਬਾਦਲ ਸਾਹਿਬ ਤਾਂ ਮੁੱਖ ਮਹਿਮਾਨ ਸੀ, ਮੁੱਖ ਮੰਤਰੀ ਸੀ, ਮੰਚ ਤੇ ਬੈਠੇ। ਜਿਸ ਮੁੰਡੇ ਨੇ ਪੋਜੀਸ਼ਨ ਹਾਸਲ ਕੀਤੀ ਸੀ ਆਲ ਰਾਊਂਡਰ ਸੀ ਪੀਪੀਐਸ ਨਾਭੇ ਦਾ ਤੁਹਾਡਾ, ਜਦੋਂ ਉਹ ਮੁੰਡਾ ਆਇਆ ਪ੍ਰਿੰਸੀਪਲ ਨੇ ਬੁਲਾਇਆ, ਉਹਦਾ ਮਾਨ ਸਨਮਾਨ ਕਰਨਾ ਸੀ, ਕੋਈ ਮੇਰਾ ਖਿਆਲ ਹੈ ਕੋਈ ਇਨਾਮ ਉਹਨੂੰ ਦੇਣਾ ਹੋਣਾ। ਤੇ ਬਾਦਲ ਸਾਹਿਬ ਬੈਠੇ, ਉਹ ਕਹਿੰਦੇ ਪ੍ਰਿੰਸੀਪਲ ਨੂੰ, ਕਹਿੰਦੇ ਇਹ ਲੜਕਾ, ਉਹ ਕਹਿੰਦੇ ਜੀ ਇਹ ਲੜਕਾ ਤੁਹਾਡੇ ਇਲਾਕੇ ਤੋਂ ਹੈ। ਕਹਿੰਦੇ ਕਾਕਾ ਉਰੇ ਆ। ਗੁਰਮੀਤ ਸਿੰਘ ਖੁੱਡੀਆਂ ਦੇ ਵੱਡੇ ਬੇਟੇ ਨੂੰ ਪੁੱਛਦਾ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਉਹਨੇ ਗੋਡੀ ਹੱਥ ਲਾ ਦੇ। ਕਾਕਾ ਕਿਹੜਾ ਪਿੰਡ ਹੈ ਤੇਰਾ? ਕਹਿੰਦਾ ਜੀ ਮੇਰਾ ਪਿੰਡ ਹੈ ਖੁੱਡੀਆਂ ਗੁਲਾਬ ਸਿੰਘ ਲੰਬੀ ਹਲਕੇ 'ਚ। ਅੱਛਾ ਅੱਛਾ, ਉੱਥੇ ਭਾਈ ਸਾਡਾ ਇੱਕ ਜਥੇਦਾਰ ਹੁੰਦਾ ਸੀ, ਜਥੇਦਾਰ ਜਗਦੇਵ ਸਿੰਘ ਖੁੱਡੀਆਂ। ਹਾਂਜੀ, ਤੇ ਉਹ ਕਹਿੰਦਾ ਜੀ ਮੈਂ ਉਸੇ ਦਾ ਹੀ ਪੁੱਤਰਾ। ਜਦੋਂ ਉਹਨੇ ਮੁੰਡੇ ਨੇ ਇਹ ਗੱਲ ਕਹੀ ਜੀ ਤੇ ਬਾਦਲ ਸਾਹਿਬ ਹੈਰਾਨ ਰਹਿ ਗਏ ਵੀ ਯਾਰ ਜਗਦੇਵ ਸਿੰਘ ਖੁੱਡੀਆਂ ਦਾ ਮੁੰਡਾ ਪੁੱਤਰਾ ਇੰਨਾ ਕਾਬਲ ਜੀ, ਆਲ ਰਾਊਂਡਰ। ਪੀਪੀਐਸ ਨਾਭੇ ਚ ਤੁਹਾਨੂੰ ਪਤਾ, ਤੁਸੀਂ ਪੜ੍ਹੇ ਉੱਥੇ ਵੀ ਕਿੱਡਾ ਪ੍ਰੈਸਟੀਜ ਸਕੂਲ ਹੈ ਉਹ। ਬਿਲਕੁਲ। ਚਲੋ ਉਹ ਹੋਇਆ ਕੀਤਾ ਕਰਾਇਆ, ਤੇ ਉਹ ਮੁੰਡੇ ਨੇ ਵੀ ਸੋਚਿਆ ਵੀ ਗੱਲ ਕੀ ਹੈ। ਦਾਨੇਵਾਲੀਆ ਸਾਹਿਬ ਮੈਨੂੰ ਬੜੇ ਫਖਰ ਨਾਲ ਹੁਣੇ ਗੱਲ ਕਹਿਣਾ ਪੈਂਦਾ ਹੈ ਵੀ ਜਿਨ੍ਹਾਂ ਦੇ ਮਤਲਬ ਬਵਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਉਹ ਗੱਲ ਹੈ ਨਾ, ਉਹ ਪੁੱਤ ਪੋਤਰੇ ਤੱਕ ਕਰ ਕਿਵੇਂ ਗੱਲ ਗਈ। ਗੁਰਮੀਤ ਸਿੰਘ ਖੁੱਡੀਆਂ ਸ਼ਾਇਦ ਆਮ ਆਦਮੀ ਪਾਰਟੀ ਜੁਆਇਨ ਨਾ ਕਰਦਾ ਨਹੀਂ ਸੀ ਛੱਡਣੀ। ਦੋਨਾਂ ਮੁੰਡਿਆਂ ਨੇ, ਦੋਨਾਂ ਭਰਾਵਾਂ ਨੇ, ਉਹਨਾਂ ਦੇ 2 ਬੇਟੇ, ਉਹਨਾਂ ਨੇ ਪ੍ਰੇਰਿਆ, ਕਹਿੰਦੇ ਕਿਤੇ ਪਿਤਾ ਸ਼੍ਰੀ ਲੜਾਈ ਲੜਨੀ ਹੈ ਤਾਂ ਹੁਣ ਪਲੇਟਫਾਰਮ ਜਿਹੜਾ ਮਿਲਦਾ ਹੈ, ਜਿਸ ਪਲੇਟਫਾਰਮ ਤੋਂ ਤੁਸੀਂ ਬਦਲਾ ਲੈ ਸਕਦੇ ਹੋ, ਪਲੇਟਫਾਰਮ ਆ ਲੜਾਈ ਲੜੋ। ਔਰ ਦੋਨੇ ਮੁੰਡਿਆਂ ਨੇ ਤੇ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ, ਭਰਾ ਉਹਨਾਂ ਦਾ ਹਰਮੀਤ ਕੈਨੇਡਾ ਬੈਠਾ ਹੈ, ਉਹ ਆਇਆ, ਸਾਰੇ ਟੱਬਰ ਨੇ ਉੱਠ ਕੇ ਲੜਾਈ ਲੜੀ। ਤੇ ਦਾਨੇਵਾਲੀਆ ਸਾਹਿਬ ਅੱਜ ਤੁਸੀਂ ਦੇਖੋ ਜੀ ਲੰਬੀ ਹਲਕੇ ਨੇ ਉਹਨਾਂ ਨੂੰ ਕਿੱਡਾ ਵੱਡਾ ਮਾਣ ਬਖਸ਼ਿਆ। ਬਿਲਕੁਲ, ਕਿੱਡਾ ਵੱਡਾ ਮਾਣ ਬਖਸ਼ਿਆ। ਅੱਜ ਜਗਰੂਪ ਸਿੰਘ ਗਿੱਲ ਜਿਹਨੂੰ ਮਨਪ੍ਰੀਤ ਬਾਦਲ ਆਪ ਉਹਨੂੰ ਕਿਹਾ ਵੀ ਤੂੰ ਜ਼ਿਲ੍ਹਾ ਯੋਜਨਾ ਕਮੇਟੀ ਦੀ ਪ੍ਰਧਾਨਗੀ ਛੱਡੋ ਤੇ ਤੁਹਾਨੂੰ ਮੈਂ ਬਣਾਉਣਾ ਮੇਅਰ ਬਣਾਉਣਾ ਜੀ, ਤੁਸੀਂ ਲੜਾਈ ਲੜੋ। ਉਹਦਾ ਜੀ ਲੜਾਈ ਲੜ ਲੈਣੀ, ਅਸਤੀਫਾ ਦਿੱਤਾ। ਮੈਂ ਕਿਹਾ ਗਿੱਲ ਸਾਹਿਬ ਅਸਤੀਫਾ ਕਿਉਂ ਦੇਈ ਜਾਂਦੇ ਹੋ, ਜੇ ਤੁਸੀਂ ਜਿੱਤ ਕੇ ਤੇ ਬਾਅਦ ਚ ਉਹ ਕਹਿੰਦਾ ਨਾ ਮੇਰੀ ਇਹ ਫਿਤਰਤ ਨਹੀਂ ਕਿ 2 ਆਪਦੇ ਲੋਕ ਕਹਿਣਗੇ 2 ਇਹ ਉਹਦਾ ਨੂੰ ਚੁੰਬੜਿਆ ਫਿਰਦਾ, ਆ ਲਓ ਅਸਤੀਫਾ ਦਿੱਤਾ, ਮੈਂ ਲੜਾਈ ਲੜਦਾ। ਤੇ ਮਨਪ੍ਰੀਤ ਸਿੰਘ ਬਾਦਲ ਨੂੰ ਜਦੋਂ ਹੋ ਗਿਆ ਕਿ ਬੰਦਾ ਮੇਰੇ ਲਈ ਖਤਰਾ ਬਣ ਸਕਦਾ ਹੈ, ਹਰਾ ਦਿਓ। ਪਹਿਲਾਂ ਤੁਹਾਨੂੰ MC ਹਰਾਉਣ ਦੀ ਕੋਸ਼ਿਸ਼ ਕੀਤੀ, ਬੰਦਾ ਜਿੱਤ ਗਿਆ। ਫਿਰ ਉਸ ਬੰਦੇ ਨੂੰ ਕੱਟਣ ਵਾਸਤੇ ਇੱਕ ਸਧਾਰਨ ਲੇਡੀ ਨੂੰ ਮੇਅਰ ਬਣਾਤਾ। ਤੇ ਤੁਸੀਂ ਦੇਖੋ ਗੁਰੂ ਦੀ ਕਿਰਪਾ ਕਿ ਕਦੇ ਸੋਚਿਆ ਸੀ ਕਿ ਜਿਹਦਾ ਮੈਂ ਮੇਅਰ ਬਣ ਤੋਂ ਰਾਹ ਰੋਕਦਾ ਤੇ ਉਹ ਬੰਦਾ ਮੈਨੂੰ ਵਿਧਾਨ ਸਭਾ ਦੀ ਅਸੈਂਬਲੀ ਦੇ ਕੋਲ ਕੰਨ ਫੜ ਕੇ ਮੋੜ ਲਿਓ। ਕੰਨ ਫੜ ਕੇ ਛੱਡੋ ਜੀ, ਜਿਵੇਂ ਉਹ ਚੀਕਨੀ ਮਿੱਟੀ ਤੋਂ ਨਹੀਂ ਤਿਲਕਦੇ ਜਵਾਕ ਉਵੇਂ ਰੋੜਤਾ। ਹਾਂ, ਉਹ ਕਹਿੰਦੇ ਚੱਲ ਆਪਦਾ ਚੱਲ ਕਰੇ। ਤੇ ਅੱਜ ਸਥਿਤੀ ਇਹ ਦੇਖੋ ਕੀ ਹਾਲਤ ਹੋਈ ਹੈ। ਅੱਜ ਹਾਲ ਤੱਕ ਟੋਟਲ ਬਾਦਲ ਪਰਿਵਾਰ ਦਾ ਜਿਹੜਾ ਕੁਨਬਾ ਉਸ ਕੁਨਬੇ ਦੇ ਵਿੱਚ ਅੱਜ ਸੋਗ ਦੀ ਲਹਿਰ ਹੈ ਕਿ ਕੌਣ ਕੀ ਕਰੂ, ਇੱਕ ਦੂਜੇ ਨਾਲ ਹੀ ਗੱਲਾਂ ਕਰਨਗੇ। ਤੁਸੀਂ ਆਏ ਹੋ, ਕਹਿੰਦੇ ਜੀ ਹੈ ਹੀ ਕੁਛ ਨਹੀਂ ਨਾ, ਕੋਈ ਬੰਦਾ ਨਹੀਂ ਪਰਿੰਦਾ ਨਹੀਂ ਜਾ ਰਿਹਾ, ਕਿ ਸਿਕਿਉਰਿਟੀ ਵਾਲੇ ਖਲੋਤੇ, ਸਿਕਿਉਰਿਟੀ ਵਾਲੇ ਵੀ ਪਿੱਛੇ ਅੰਦਰ ਵੜ ਕੇ। ਬਿਲਕੁਲ ਹਾਲਾਤ ਜਿਹੜੇ ਹੁੰਦੇ ਨੇ ਜੀ, ਇਹ ਮਤਲਬ ਇਹ ਜਿਹੜੀ ਜਿੱਤ ਹੈ ਆਮ ਆਦਮੀ ਪਾਰਟੀ ਦੀ ਜਿੱਤ, ਇਸ ਜਿੱਤ ਨੂੰ ਅਸੀਂ ਇਹ ਕਹਿ ਸਕਦੇ ਹਾਂ। ਕੋਈ ਕਹਿੰਦਾ ਜੀ ਇਹ ਕੇਜਰੀਵਾਲ ਦੀ ਜਿੱਤ ਹੈ, ਕੋਈ ਕਹਿੰਦਾ ਜੀ ਭਗਵੰਤ ਸਿੰਘ ਮਾਨ ਦੀ ਜਿੱਤ ਹੈ, ਕੋਈ ਕਹਿੰਦਾ ਜੀ ਇਹ ਗਰੰਟੀਆਂ ਦੀ ਜਿੱਤ ਹੈ ਜੀ। ਮੈਂ ਜੋ ਕੁਛ ਇਹਨੂੰ ਸਮਝਦਾ, ਮੈਂ ਕਹਿਣਾ ਵੀ ਹੈਂਕੜਬਾਜ਼ਾਂ ਦੇ ਖਿਲਾਫ ਲੋਕਾਂ ਦਾ ਫਤਵਾ 75-25 ਖਿਲਾਫ ਫਤਵਾ, ਕਬਜ਼ਿਆਂ ਦੇ ਖਿਲਾਫ ਫਤਵਾ। ਦੇਖੋ ਜਦੋਂ ਪੰਜਾਬ ਦੀ ਗੱਲ ਕਰਦੇ ਆਪਾਂ, ਪੰਜਾਬ ਦੇ ਵਿੱਚ ਰਾਜ ਕਰਨ ਵਾਲੇ ਕਿੰਨੇ ਘਰਾਣੇ ਜੀ, ਇਹ ਉਹਨਾਂ ਦੇ ਖਿਲਾਫ ਫਤਵਾ। ਲੋਕਾਂ ਨੇ ਉਹਨਾਂ ਦੇ ਖਿਲਾਫ ਮਤਲਬ ਜਿਹੜਾ ਮਨ ਬਣਾ ਲਿਆ। ਮੈਨੂੰ ਇੱਕ ਹੋਰ ਗੱਲ ਯਾਦ ਆਉਂਦੀ, ਅੱਜ ਮੈਨੂੰ ਇੱਕ ਸੱਜਣ ਨੇ ਪੁੱਛਿਆ, ਸਵਾਲ ਕੀਤਾ, ਵਿਦੇਸ਼ ਦੇ ਵਿੱਚ ਫੋਨ ਆਇਆ ਹੁਣ ਬੈਠੇ ਸੀ, ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈਗੀ ਆ ਡਿਮਾਂਡ ਪੂਰੀ ਹੋ ਗਈ, ਵੈਗਰੂ ਅੱਗੇ ਰੱਖੀ ਸੀ। ਮੈਂ ਕਿਹਾ ਕੀ? ਕਹਿੰਦੇ ਦਰਬਾਰ ਸਾਹਿਬ ਜਾ ਕੇ ਕਿਹਾ ਸੀ ਕਿ ਬੇਅਦਬੀ ਕਰਨ ਤੇ ਕਰਵਾਉਣ ਵਾਲੇ ਦਾ ਕੱਖ ਨਾ ਰਹੇ। ਸਾਰਾ ਟੱਬਰ ਕਹਿੰਦਾ ਹੁੰਦਾ ਸੀ। ਮੈਂ ਕਿਹਾ ਜੀ ਮੈਂ ਤਾਂ ਨਹੀਂ ਕਹਿੰਦਾ ਵੀ ਇਹਨਾਂ ਨੇ ਬੇਅਦਬੀ ਕਰਵਾਈ ਹੈ, ਕਹਿੰਦੇ ਤੁਸੀਂ ਨਹੀਂ ਨਾ ਕਹਿੰਦੇ, ਤੁਸੀਂ ਨਾ ਕਹੋ, ਲੋਕਾਂ ਨੂੰ ਤਾਂ ਪਤਾ ਨਾ, ਉਹਨੂੰ ਦਾਤੇ ਨੂੰ ਤਾਂ ਪਤਾ ਹੈ ਵੀ ਇਹ ਕੀ ਦੀ ਕੀ ਹੋਈ ਜਾਂਦਾ। ਬਈ ਜਿਹੜੀ ਨੇਚਰ ਹੈ ਨਾ ਜੀ, ਨੇਚਰ ਬੈਲੈਂਸ ਕਰਦੀ ਹੈ, ਇਹ ਬੈਲੈਂਸ ਕਰਦੀ ਹੈ। ਐਵੇਂ ਭੁਲੇਖਾ ਪੈ ਜਾਂਦਾ ਕਈ ਵਾਰੀ ਕਿ ਜੀ ਮੇਰੀਆਂ ਨੀਤੀਆਂ ਨੂੰ ਤੇ ਨੀਤ ਨੂੰ ਵੋਟਾਂ ਪੈ ਗਈਆਂ। ਮੇਰੇ ਖਿਆਲ ਮੁਤਾਬਕ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਹਲਕੇ ਤੋਂ ਜਿਹੜਾ ਕੈਂਡੀਡੇਟ ਖੜਾ ਹੋਇਆ ਆਮ ਆਦਮੀ ਪਾਰਟੀ ਦਾ ਨਾਮ ਕੌਣ। ਮੈਂ ਢਿੱਲੋਂ ਸਾਹਿਬ
ਮੈਂ ਜਦੋਂ ਗਿਆ ਅੰਮ੍ਰਿਤਸਰ ਈਸਟ ਦੇ ਵਿੱਚ ਮੈਂ ਲਿਖਿਆ ਕਿ ਮਾਝਾ ਬੋਲੀ ਹੋਰ ਬੋਲ ਰਿਹਾ। ਉੱਥੇ ਮੈਂ ਪੁੱਛਿਆ, ਮੈਂ ਕਿਹਾ ਤੁਹਾਡੀ ਆਮ ਆਦਮੀ ਪਾਰਟੀ, ਕਹਿੰਦੇ ਸਾਨੂੰ ਨਹੀਂ ਪਤਾ ਕੌਣ ਹੈ। ਮੈਂ ਕਿਹਾ ਉਹ ਸਾਹਮਣੇ ਬੋਰਡ ਲੱਗਾ ਡਾਕਟਰ ਜੀਵਨਜੋਤ ਕੌਰ, ਪਾਵਾਂਗੇ ਜੀ। ਉਹ ਡਾਕਟਰ ਨਹੀਂ, ਡਾਕਟਰ ਜੀਵਨਜੋਤ ਕੌਰ ਫਰੀਦਕੋਟ ਤੋਂ ਸੀ, ਮੈਂ ਵੀ ਪਹਿਲਾਂ ਡਾਕਟਰ ਸਮਝਦਾ। ਉਹ ਚਲੋ ਜੀਵਨਜੋਤ ਕੌਰ, ਹਾਂ ਠੀਕ ਹੈ। ਮੈਂ ਕਿਹਾ ਸਧਾਰਨ ਕੁੜੀ, ਮੈਂ ਕਿਹਾ ਵੀ ਉਹ ਹੈ। ਕਹਿੰਦੇ ਜੀ ਅਸੀਂ ਤਾਂ ਵੇਖਿਆ ਹੀ, ਕਹਿੰਦੇ ਹੋਣਾ ਤਾਂ ਵੀ ਇਹਦਾ ਵੀ ਲੱਗਿਆ ਵਾ, ਨਹੀਂ ਤਾਂ ਉੱਥੇ 2 ਹੀ ਘਰਾਂ ਦੇ ਬੈਨਰ ਸੀ, ਸਭ ਤੋਂ ਵੱਧ ਮਜੀਠੀਆ ਦੇ, 2 ਨੰਬਰ ਤੇ ਸਿੱਧੂ ਦੇ। ਇਹਨਾਂ ਨੂੰ ਤਾਂ ਕੋਈ ਮੌਕਾ ਮਿਲਦਾ ਹੀ ਨਹੀਂ ਸੀਗਾ ਵੀ ਕੋਈ ਲਾ ਦੇ ਇਹਨਾਂ ਦਾ। ਤੇ ਕਈ ਹੋਰ ਥਾਵਾਂ ਤੇ ਮੈਂ ਪੁੱਛਿਆ ਵੀ ਤੁਹਾਡਾ ਕੌਣ ਹੈ, ਬਟਾਲੇ ਤਾਂ ਸਿੱਧਾ ਹੀ ਸ਼ਰੇਆਮ। ਤੁਸੀਂ ਦੇਖੋ ਫਿਰ ਖੇਮ ਕਰਨ ਆਏ, ਪੱਠੀ ਆਏ, ਪਠਾਨਕੋਟ ਗਏ, ਕਿੱਥੇ ਕਿੱਥੇ ਜਿਹੜੇ ਗਏ। ਤੇ ਮੈਂ ਸਿੱਧੇ ਤੌਰ ਤੇ ਉਹ ਗੱਲ ਕਹੀ ਸੀ ਕਿ ਮਾਝਾ ਬਹੁਤ ਜਿਹੜਾ ਬੋਲੀ ਹੋਰ ਬੋਲ ਰਿਹਾ। ਤੇ ਜਿਵੇਂ ਤੁਸੀਂ ਤੋਪ ਤਰੰਗ ਕਹਿੰਦੇ ਹੋ ਨਾ, ਤੇ ਮੈਂ ਲਿਖਿਆ ਸੀਗਾ ਵੀ ਲੀਨਿੰਗ ਟਾਵਰ ਆਫ ਪੀਸਾ ਜਿਹੜਾ ਹੈਗਾ ਉਹ ਬਣੇ ਖੜੇ ਆ ਵੱਡੇ। ਪਰ ਚੀਜ਼ ਕੀ ਹੈ ਜੀ, ਡੇਰਾਵਾਦ ਕਿੱਧਰ ਗਿਆ, ਡੇਰੇ ਦੇ ਗੇੜੇ ਕਿੱਧਰ ਗਏ। ਕਹਿੰਦੇ ਸੀ ਡੇਰੇ ਪੰਜਾਬ ਦੀ ਰਾਜਨੀਤੀ ਤੈਅ ਕਰਦੇ ਆ। ਦੇਖੋ ਗੱਲ, ਜਦੋਂ ਤੁਸੀਂ ਡੇਰੇਵਾਦ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਪੰਜਾਬ ਜਿਹੜਾ ਹੈਗਾ ਬਸਦਾ ਗੁਰਾਂ ਦੇ ਨਾਂ ਤੇ, ਪੰਜਾਬ ਬਸਦਾ ਗੁਰਾਂ ਦੇ ਨਾਂ ਦੇ ਉੱਤੇ ਬਹੁਤ ਲੋਕਾਂ ਨੇ ਪੰਜਾਬ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਪੰਜਾਬ ਕਦੇ ਡੀਰੇਲ ਨਹੀਂ ਹੋਇਆ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ ਵਾਲੀ ਗੱਲ ਅਸੀਂ ਸੁਣੀ ਹੈ। ਪੰਜਾਬ ਤੇ ਮੁਸੀਬਤਾਂ ਬੜੀਆਂ ਆਈਆਂ। ਯਾਦ ਰੱਖੋ, ਪੰਜਾਬ ਨੇ ਹਮੇਸ਼ਾ ਇਸ ਦੇਸ਼ ਨੂੰ ਰਾਹ ਦਿਖਾਇਆ ਜੀ। ਗੁਰੂ ਕਾਲ ਦੇ ਜ਼ਮਾਨੇ 'ਚ ਗੁਰੂ ਨਾਨਕ ਦੇਵ ਸਾਹਿਬ ਨੇ ਇਤੀ ਮਾਰ ਪਈ ਕੁਰਲਾਣਾ ਤੈ ਕੀ ਦਰਦ ਨਾ ਆਇਆ, ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀਗੀ, ਉਹਨਾਂ ਨੇ ਆਪਦੇ ਵਾਹਿਗੁਰੂ ਨੂੰ, ਅੱਲਾ ਨੂੰ ਕਹੀ ਸੀ। ਅੱਜ ਉਸ ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਦੀ ਜਿਹੜੀ ਬਾਣੀ ਦਾ ਸਾਰੀ ਦੁਨੀਆ ਦੇ ਵਿੱਚ ਜਿੱਡਾ ਵੱਡਾ ਸਤਿਕਾਰ ਹੁੰਦਾ, ਮੈਂ ਨਹੀਂ ਕਹਿੰਦਾ ਦੂਜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਘੱਟ ਹੁੰਦਾ, ਉਹਨਾਂ ਦਾ ਵੀ ਹੁੰਦਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਕਾਰ ਆ ਉਹ ਆਪਣੀ ਥਾਂ ਤੇ। ਬੱਬਰ, ਸਾਡੇ ਬੱਬਰ ਜਿਹੜੇ ਹੈਗੇ ਆ ਅਕਾਲੀ ਲਹਿਰ, ਉਹਦਾ ਇੱਕ ਆਪ ਦਾ ਯੋਗਦਾਨ ਹੈ। ਗਦਰ ਮੂਵਮੈਂਟ, ਸਾਡੇ ਬਾਬੇ ਤਾਂ ਗਏ ਸੀਗੇ ਰੋਜ਼ਗਾਰ ਵਾਸਤੇ ਜੀ। ਜਦੋਂ ਉੱਥੇ ਜਾ ਕੇ ਉਹਨਾਂ ਨਾਲ ਧੱਕਾ ਹੋਇਆ, ਉਹਨਾਂ ਨੇ ਦੇਖਿਆ ਧੱਕਾ ਸਾਡੇ ਨਾਲ ਕਿਉਂ ਹੁੰਦਾ, ਵੀ ਤੁਸੀਂ ਗੁਲਾਮ ਹੋ ਜੀ। ਸੋਚਿਆ ਕਿ ਉਹਨਾਂ ਫਿਰ ਆਪਦਾ ਦੇਸ਼ ਆਪਾਂ ਆਜ਼ਾਦ ਕਰਾਈਏ। ਗਦਰ ਅਖਬਾਰ ਕੱਢ ਕੇ ਦੇਖੋ ਤੁਸੀਂ, ਪਰਤਾ ਉਹਦੇ ਵਿੱਚ ਸੀ, ਦੇਸ਼ ਪੈਣ ਧੱਕੇ ਦੇਸ਼ ਪੈਣ ਧੱਕੇ ਪਰਦੇਸ ਢੋਈ ਨਾ ਜੀ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਇਹ ਚੀਜ਼ ਲੈ ਕੇ, ਇਹ ਨਿਰਣਾ ਲੈ ਕੇ ਜਦੋਂ ਉਹ ਬਾਬੇ ਇੱਥੇ ਆਏ ਤੇ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬੀੜਾ ਚੱਕਿਆ ਜੀ। ਦਾਨੇ ਵਾਲੀਆ ਸਾਹਿਬ ਅੱਜ ਵੀ ਤੁਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ, ਹਰ ਪੰਜਾਬੀ ਉੱਥੇ ਇੱਕ ਫਖਰ ਨਾਲ ਕਹਿੰਦਾ ਕਿ ਅਸੀਂ ਗਦਰੀ ਬਾਬਿਆਂ ਦੇ ਵਾਰਸ। ਉਹਨਾਂ ਨੇ ਵੀ ਇੱਕ ਲਈ ਦਿਖਾਈ। ਉਹ ਤੋਂ ਬਾਅਦ ਪੰਜਾਬ ਨੇ ਜੋ ਵੀ ਮੋਰਚਾ ਲੱਗਿਆ ਭਾਰਤ ਦੇ ਵਿੱਚ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ, ਆਪਣੇ ਹੱਕ ਹਕੂਕ ਲੈਣ ਵਾਸਤੇ, ਉਹਦੇ ਵਿੱਚ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਜੀ। ਪੰਜਾਬ ਦੇਸ਼ ਨੂੰ ਇੱਕ ਸੇਧ ਦਿੰਦਾ, ਔਰ ਇਹ ਸੇਧ ਦੇਣ ਵਾਲੇ ਪਾਸੇ ਨੂੰ ਆ ਇਲੈਕਸ਼ਨ ਜਿਹੜੇ ਹੈ, ਇੱਕ ਅੰਦੋਲਨ ਸ਼ੁਰੂ ਹੋਇਆ, ਕਿਸਾਨ ਅੰਦੋਲਨ ਜੀ। ਕੀ ਕਹੋਗੇ ਤੁਸੀਂ ਕਿਸਾਨ ਅੰਦੋਲਨ ਨੂੰ? ਕਿਸਾਨਾਂ ਨੇ ਚਲੋ ਇੱਕ ਆਪਦੀ ਸੰਯੁਕਤ ਸਮਾਜ ਪਾਰਟੀ ਵਾਲੀ ਗੱਲ ਬਣਾ ਲਈ, ਉਹ ਵੱਖਰੀ ਗੱਲ ਹੈ, ਪਰ ਕਿਸਾਨ ਅੰਦੋਲਨ ਲੈ ਕੇ ਬਹੁਤ ਕੁਝ ਕੀਤਾ। ਕਿਸਾਨ ਅੰਦੋਲਨ ਨੇ ਜਿਹੜਾ ਲੋਕਾਂ ਦੇ ਵਿੱਚ ਇੱਕ ਜਜ਼ਬਾ ਪੈਦਾ ਕੀਤਾ, ਜਿਹੜੀ ਲੋਕਾਂ ਦੀ ਜਿਹੜੀ ਬੁੱਧੀ ਹੈ ਉਹਦੇ 'ਚ ਤੀਖਣਤਾ ਪੈਦਾ ਕੀਤੀ, ਜਿਹੜੀ ਉਹਨਾਂ ਦੇ ਵਿੱਚ ਰਾਜਸੀ ਚੇਤਨਾ ਪੈਦਾ ਕੀਤੀ, ਉਹਨੇ ਸਭ ਤੋਂ ਪਹਿਲਾਂ ਜ਼ਿਆਦਾ ਨੁਕਸਾਨ ਕਿਹਦਾ ਕੀਤਾ? ਉਹਨੇ ਸਭ ਤੋਂ ਜ਼ਿਆਦਾ ਨੁਕਸਾਨ ਫਿਰਕਾ ਪ੍ਰਸਤੀ ਦਾ ਕੀਤਾ। ਹਿੰਦੂ ਤੇ ਸਿੱਖ ਨੂੰ ਤੁਸੀਂ ਵੰਡ ਨਹੀਂ ਸਕਦੇ ਪੰਜਾਬ ਦੇ ਵਿੱਚ, ਨਹੀਂ ਵੰਡ ਸਕਦੇ। ਤੁਸੀਂ ਦਲਿਤ ਤੇ ਗੈਰ ਦਲਿਤ ਦੇ ਵਿੱਚ ਮੰਡੀਆਂ ਨਹੀਂ ਪਾ ਸਕਦੇ। ਆਪਾਂ ਕਾਂਗਰਸ ਨੇ ਕਰਕੇ ਦੇਖਿਆ ਸੀ ਤਜਰਬਾ ਜੀ। ਦਲਿਤ ਮੁੱਖ ਮੰਤਰੀ ਬਣਾਉਣੇ ਜੀ ਅਸੀਂ, ਦਲਿਤ ਭਾਈਚਾਰੇ ਦੀ 32% 34% ਗੱਲ ਕੀਤੀ ਸੀ। ਜਿਹੜੇ ਮੁੱਖ ਮੰਤਰੀ ਨੂੰ ਇੱਕ ਦਲਿਤ ਚਿਹਰੇ ਵਜੋਂ ਪੇਸ਼ ਕੀਤਾ ਗਿਆ ਸੀ, ਉਹ ਮੁੱਖ ਮੰਤਰੀ ਦੋਨਾਂ ਸੀਟਾਂ ਤੋਂ ਹਾਰ ਗਏ। ਇਹ ਪੰਜਾਬ ਦੇ ਲੋਕਾਂ ਦੀ ਫਿਤਰਤ ਹੈ, ਪੰਜਾਬ ਦੇ ਲੋਕਾਂ ਦਾ ਕਰੈਕਟਰ ਹੈ ਕਿ ਜਾਤ ਪਾਤ ਨੂੰ ਰੱਦ ਕਰਦੇ ਆ। ਕਿਉਂ ਕਰਦੇ ਆ? ਕਿਉਂਕਿ ਸਾਡੇ ਗੁਰੂਆਂ ਨੇ ਜਾਤ ਪਾਤ ਰੱਦ ਕੀਤੀ ਹੈ। ਮੰਨਿਆ ਕਿ ਥੋੜੀ ਬਹੁਤੀ ਕਿਤੇ ਰਹਿੰਦ ਖੂੰਦ ਹੈਗੀ ਹੈ, ਲੇਕਿਨ ਇੱਥੋਂ ਪਿੱਟ ਵਾਲੀ ਗੱਲ ਨਹੀਂ ਜੀ। ਇਹਨੇ ਖੇਤਰਵਾਦ ਨੂੰ ਰੱਦ ਕੀਤਾ। ਕੇਜਰੀਵਾਲ ਨੂੰ ਕਹਿੰਦਾ ਭਈਆ ਹੈ, ਭਈਆਂ ਨੂੰ ਇੱਥੇ ਵੜਨ ਨਹੀਂ ਦੇਣਾ। ਇਹਨੇ ਖੇਤਰਵਾਦ ਰੱਦ ਕੀਤਾ। ਔਰ ਕੇਜਰੀਵਾਲ ਨੇ ਬਾਅਦ ਦਸਤੂਰ ਅੱਜ ਇਹ ਗੱਲ ਕਹੀ ਹੈ ਕਿ ਮੈਨੂੰ ਆਤੰਕਵਾਦੀ ਕਹਿੰਦੇ ਸੀ, ਆਤੰਕਵਾਦੀ ਨਹੀਂ ਕਿਹਾ ਸੀ, ਇਹ ਕਿਹਾ ਸੀ ਕਿ ਭਈਆਂ ਨੂੰ ਅਸੀਂ ਵੜਨ ਨਹੀਂ ਦੇਣਾ। ਔਰ ਪਛਾਂ ਖੜੀ ਚੰਨੀ ਸਾਹਿਬ ਬੋਲ ਰਹੇ ਆ ਕਿ ਭਈਆਂ ਨੂੰ ਵੜਨ ਨਹੀਂ ਦੇਣਾ, ਤੇ ਪਛਾਂ ਖੜੀ ਪ੍ਰਿੰਕਾ ਗਾਂਧੀ ਤਾੜੀਆਂ ਵਜਾਈ ਜਾਂਦੀ। ਅਗਲੀ ਗੱਲ ਜੀ, ਡੇਰਾਵਾਦ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਦੱਸੋ ਮੈਨੂੰ, ਦੱਸੋ ਕਿ ਕਿੰਨੇ ਡੇਰੇ ਵਾਲਿਆਂ ਨੇ ਕੀ ਕੁਛ ਕੀਤਾ ਸੀ? ਨੂੰ ਜਿਹੜਾ ਕੁੜਮ ਹੈ ਪਰੋਲ ਨਾ ਫਰਲੋ ਤੇ ਲਿਆਂਦਾ ਗਿਆ ਡੇਰਾ ਮੁਖੀ ਨੂੰ, ਉਹ ਤੋਂ ਫਤਵਾ ਤਾਂ ਨਹੀਂ ਜਾਰੀ ਕਰਵਾਇਆ, ਉਹ ਤੋਂ ਸੁਨੇਹੇ ਭਜਵਾਏ ਗਏ ਕਿ ਜੀ NDA ਦੇ ਕੈਂਡੀਡੇਟਸ ਨੂੰ ਪਾ ਦਿਓ, ਕਾਲੀਆਂ ਨੂੰ ਵੋਟਾਂ ਪਵਾ ਦਿਓ। ਬੜੇ ਹਿਸਾਬ ਕਿਤਾਬ ਲਾਈ ਜਾਂਦੇ ਸੀ, ਪਈਆਂ ਵੋਟਾਂ। ਖੁਦ ਡੇਰਾ ਮੁਖੀ ਦਾ ਕੁੜਮ ਹੈ ਜਿਹੜਾ, ਉਹਨੂੰ ਸਿਰਫ 12,000 ਵੋਟ ਪਈ ਹੈ ਜੀ। ਉਹਦੇ ਉਲਟ ਜਿਹੜੇ ਹੈਗੇ ਦੂਜਿਆਂ ਨੂੰ ਜਿਹੜੀ ਹੈਗੀ ਹੈ ਜ਼ਿਆਦਾ ਵੋਟ ਪਈ ਹੈ। ਸੋ ਕੁੱਲ ਮਿਲਾ ਕੇ ਆਪਾਂ ਕਹਿੰਦੇ ਕਿ ਖੇਤਰਵਾਦ, ਡੇਰਾਵਾਦ, ਫਿਰਕਾ ਪ੍ਰਸਤੀ, ਉਹਨੂੰ ਰੱਦ ਕਰਦਾ ਪੰਜਾਬ, ਉਹਨੂੰ ਰੱਦ ਕੀਤਾ ਇਹਦੇ 'ਚ ਜੀ। ਅੱਗੇ ਗੱਲ ਕਰਨ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ। 92-164 ਤੇ ਆਉਣੇ ਰਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਇੱਕ ਕਹਿਣਾ ਸੀਗਾ ਵੀ ਪਹਿਲਾਂ ਮੇਰਾ ਸਹੁਰਾ ਹਾਰਿਆ, ਫਿਰ ਹਾਰਿਆ ਸਾਡਾ ਜਵਾਈ, ਅੰਤ ਵਿੱਚ ਮੇਰਾ ਭਾਈ ਹਾਰਿਆ, ਨਾਲ ਹਾਰ ਗਿਆ ਸਿਰ ਦਾ ਸਾਈਂ ਦੂਜੋ ਕੌਣ। ਇਹ ਹੁਣ ਜਨਰਲ ਸਾਹਿਬ ਹਾਸੇ ਦੀਆਂ ਗੱਲਾਂ ਹੋ ਗਈਆਂ ਨੇ ਤੇ ਮਤਲਬ ਮੈਨੂੰ ਲੱਗਦਾ ਕਿ ਜਿਹੜੇ ਇਵਨ ਅਕਾਲੀਆਂ ਦੇ ਵੀ ਸਪੋਰਟਰ ਸੀਗੇ, ਕਾਂਗਰਸੀਆਂ ਦੇ ਵੀ ਸਪੋਰਟਰ ਸੀਗੇ, ਸਾਰੇ ਖੁਸ਼ ਹੈ ਕਿਉਂਕਿ ਸਾਰੇ ਬਦਲਾਵ ਚਾਹੁੰਦੇ ਸੀਗੇ, ਬਦਲਾਵ ਆਇਆ। ਮੈਂ ਇਹ ਜਮਾਂ ਇਲੈਕਸ਼ਨ 2019 ਵਾਲੀ ਲੋਕ ਸਭਾ ਦੀ ਚੋਣਾਂ ਵਰਗੀ ਸੀਗੀ। ਉਦੋਂ ਮੋਦੀ ਇਸ ਕਰਕੇ ਨਹੀਂ ਜਿੱਤਿਆ ਸੀਗਾ ਕਿ ਮੋਦੀ ਨੇ ਬਹੁਤ ਚੰਗੇ ਕੰਮ ਕੀਤੇ ਸੀ 2014 ਤੋਂ ਲੈ ਕੇ 2019 ਤੱਕ। ਉਦੋਂ ਮੋਦੀ ਇਸ ਕਰਕੇ ਜਿੱਤਿਆ ਸੀ ਲੋਕ ਕਹਿੰਦੇ ਸੀ ਕਿ ਦੱਸੋ ਮੋਦੀ ਤੋਂ ਇਲਾਵਾ ਫਿਰ ਦੱਸੋ ਕਿਹਨੂੰ ਪਾਈਏ, ਠੀਕ ਹੈ, ਕੋਈ ਹੈ ਕੌਣ, ਕਿਹਨੂੰ ਪਾਈਏ ਅਸੀਂ। ਇਸੇ ਕਰਕੇ ਜਦੋਂ ਵੀ ਕੋਈ ਪਾਰਟੀ ਦਾ ਕੋਈ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, ਰਾਮੂਵਾਲੀਆ ਸਾਹਿਬ ਦੀ ਪਾਰਟੀ, ਹੋਰ ਅੰਮ੍ਰਿਤਸਰ ਅਕਾਲੀ, ਅੰਮ੍ਰਿਤਸਰ ਹੋਰ ਅਕਾਲੀਆਂ ਤੋਂ ਟੁੱਟ ਕੇ ਜਿੰਨੀਆਂ ਪਾਰਟੀਆਂ ਬਣੀਆਂ, ਕੋਈ ਪਾਰਟੀ ਕਾਮਯਾਬ ਕਿਉਂ ਨਹੀਂ ਹੁੰਦੀ ਜੀ ਕਦੇ ਪੰਜਾਬ ਦੇ ਵਿੱਚ, ਜਾਂ ਕਿਸੇ ਹੋਰ ਰਾਜ ਦੇ ਵਿੱਚ ਵੀ ਨਹੀਂ, ਕਿਉਂ ਨਹੀਂ ਕਾਮਯਾਬ ਹੁੰਦੀ? ਕਾਰਨ ਉਹਦਾ ਇਹ ਹੈਗਾ ਸਾਹਿਬ, ਜਦੋਂ ਕੋਈ ਪਾਰਟੀ ਦਾ ਕਾਡਰ ਖੜਾ ਹੁੰਦਾ ਨਾ, ਉਹਦੇ ਨਾਲ ਦੋ ਚੀਜ਼ਾਂ ਜੁੜੀਆਂ ਹੁੰਦੀਆਂ, ਇੱਕ ਤਾਂ ਕਾਡਰ ਬੇਸ ਗਰਾਊਂਡ ਜਿਹੜਾ ਹੁੰਦਾ, ਨੰਬਰ ਦੂਜਾ ਆਈਡੀਓਲੋਜੀ। ਉਹਨਾਂ ਨੂੰ ਇੱਕ ਮਿਸ਼ਨ ਦਿੱਤਾ ਜਾਂਦਾ, ਆਈਡੀਓਲੋਜੀ ਉਹਦੀ ਮਿਸ਼ਨ ਦਿੱਤੀ ਹੈ, ਜਿਵੇਂ RSS ਨੇ ਆਪਣਾ ਇੱਕ ਮਿਸ਼ਨ ਦਿੱਤਾ ਹੋਇਆ, ਠੀਕ ਹੈ। ਉਵੇਂ ਉਹ ਜਦੋਂ ਵੀ ਕੋਈ ਆਈਡੀਓਲੋਜੀ ਹੁੰਦੀ ਹੈ, ਕਿਉਂਕਿ ਕਦੇ ਵੀ ਪਾਰਟੀਆਂ ਆਉਂਦੀਆਂ ਸਿੱਧਾ ਤੇ ਉਹ ਕਹਿ ਦਿੰਦੀਆਂ ਅਸੀਂ ਆਹ ਕੰਮ ਕੀਤਾ, ਏਅਰਪੋਰਟ ਤੋਂ ਕੁੜੀਆਂ ਛਡਾਈਆਂ, ਸਾਨੂੰ ਵੋਟਾਂ ਪਾਓ, ਜਿਤਾਓ ਤੇ ਅਸੀਂ ਇਹ ਕਰੀਏ, ਜਾਂ ਸਾਨੂੰ ਅਸੀਂ ਆਹ ਖਾਲਿਸਤਾਨ ਮੰਗਦੇ, ਸਾਨੂੰ ਤਾਂ ਜਿਤਾਓ, ਜਾਂ ਕੋਈ ਵੀ ਆਪਣੀ ਡਿਮਾਂਡ ਰੱਖਦੇ ਆ ਵੀ ਲੋਕਾਂ ਅੱਗੇ ਅਸੀਂ ਆਹ ਕੀਤਾ ਤੇ ਸਾਨੂੰ ਜਿਤਾਓ। ਇਹ ਕਦੇ ਵੀ ਕੋਈ ਵੀ ਆਈਡੀਓਲੋਜੀ ਪਿੰਡਾਂ ਤੋਂ ਡਿਵੈਲਪ ਨਹੀਂ ਕਰਦੇ ਇਹ ਲੋਕ, ਏਸੀ ਕਾਰਾਂ 'ਚ ਰਹਿ ਕੇ ਅੱਜ ਗਿੱਜ ਗਏ। ਕਿਉਂਕਿ ਪਹਿਲਾਂ ਹੁੰਦਾ ਸੀ ਅਕਾਲੀ ਦਲ ਦਾ ਕਿਉਂ ਹੁਣ ਤੱਕ ਕਾਮਯਾਬ ਰਿਹਾ, ਉਹਦਾ ਕਾਰਨ ਇਹ ਸੀਗਾ ਕਿ ਉਹਦੀ ਆਈਡੀਓਲੋਜੀ ਉਦੋਂ ਦੀ ਸ਼ੁਰੂ ਸੀ ਜਦੋਂ ਗੁਰਦੁਆਰਿਆਂ ਨੂੰ ਮਹੰਤਾਂ ਨੂੰ ਛਡਾਉਣਾ ਸੀਗਾ, ਠੀਕ ਹੈ। ਉਦੋਂ ਦੀ ਆਈਡੀਓਲੋਜੀ ਡਿਵੈਲਪ ਹੋਈ ਸੀ ਤੇ ਲੋਕਾਂ ਦੇ ਦਿਮਾਗ 'ਚ ਆਈਡੀਓਲੋਜੀ ਇੱਕ ਜਿਹੜੇ ਸਾਇੰਟੀਫਿਕ ਲੈਵਲ ਦੇ ਇੱਕ ਗੱਲ ਕਰਦੇ ਆ ਤਾਂ ਉਹ 3 ਜਨਰੇਸ਼ਨਾਂ ਲੱਗ ਜਾਂਦੀਆਂ, ਐਲੀਮੀਨੇਸ਼ਨ ਹੋਣ ਲੱਗਿਆ ਕਿਸੇ ਇੱਕ ਆਈਡੀਓਲੋਜੀ ਨੂੰ। ਹੁਣ ਦੇਖੋ ਤੁਸੀਂ ਆਹ ਤੀਜੀ ਜਨਰੇਸ਼ਨ ਤੋਂ ਬਾਅਦ ਹਾਰਿਆ ਨਾ ਅਕਾਲੀ ਦਲ, ਨਹੀਂ ਤਾਂ ਉਹ ਆਈਡੀਓਲੋਜੀ ਐਲੀਮੀਨੇਟ ਹੀ ਨਹੀਂ ਹੋਏਗੀ। ਸਾਡੇ ਹੁਣ ਦਾਦੇ ਪੜਦਾਦੇ ਨੀਲੀਆਂ ਪੱਗਾਂ ਚਿੱਟੇ ਕੁੜਤੇ ਵਾਵੇਂ ਪਾ ਕੇ ਤੇ ਉਹ ਨਾਅਰਿਆਂ ਲਾਉਣ ਪਹੁੰਚ ਜਾਂਦੇ ਹੁੰਦੇ ਸੀਗੇ ਜੀ, ਉਹਨਾਂ ਨੂੰ ਨਹੀਂ ਪਤਾ ਹੁੰਦਾ ਸੀ ਵੀ ਕੀ ਕਾਰਨ ਹੈਗਾ। ਇਸੇ ਕਰਕੇ ਆਮ ਆਦਮੀ ਪਾਰਟੀ ਪਰ ਜਿਹੜੀ ਇਹ ਜਿੱਤੀ ਹੈ, ਇਹਦੇ ਵਿੱਚ ਆਈਡੀਓਲੋਜੀ ਨਹੀਂ ਹੈਗੀ, ਇਹਨਾਂ ਦਾ ਕਾਡਰ ਵੀ ਨਹੀਂ ਹੈਗਾ। ਆਈਡੀਓਲੋਜੀ ਤੋਂ ਇਹ ਉਦੋਂ ਹੀ ਥਿੜਕ ਗਏ ਸੀ ਜਦੋਂ ਸੰਜੇ ਸਿੰਘ ਦੇ ਨਾਲ ਦੋ ਇਹਨਾਂ ਨੇ ਕਾਰਪੋਰੇਟ ਵਰਗ ਦੇ ਬੰਦੇ ਰਾਜ ਸਭਾ ਦੇ ਵਿੱਚ ਭੇਜੇ ਸੀਗੇ ਤੇ ਜਾਂ ਹੋਰ ਗਲਤੀਆਂ ਕੀਤੀਆਂ ਸੀ ਇਹਨਾਂ ਨੇ, ਪਰ ਸਿਰਫ ਜਿੱਤੇ ਆ ਲੋਕਾਂ ਨੇ ਇਸ ਕਰਕੇ ਜਿਤਾਏ ਆ ਬਈ ਇਹਨਾਂ ਬਹੁਤੇ ਮਾੜਿਆਂ ਚੋਂ ਘੱਟ ਮਾੜੇ ਕਿਹੜੇ। ਹੁਣ ਸਾਨੂੰ ਵੀ ਪਤਾ ਹੈ ਜਿਹੜਾ ਸਾਹਮਣਾ ਫਾਈਲ ਗਾਲਾ ਆਪਣੇ ਵਾਲਾ, ਉਹਨੇ ਸਮਰਦੀਪ ਨੇ 8 ਕਿੱਲੇ ਜ਼ਮੀਨ ਵੇਚ ਕੇ 2012 ਦਾ ਉਹ ਲੱਗਿਆ ਖੜਾ ਗਰਾਊਂਡ ਲੈਵਲ ਤੇ। ਇਹਨਾਂ ਨੇ ਟਿਕਟਾਂ ਕਿੰਨੀਆਂ ਦੀਆਂ ਵੇਚੀਆਂ ਸਭ ਨੂੰ ਪਤਾ, ਉਹ ਮੁਹੱਲੇ ਵਾਲੀ ਟਿਕਟ ਕਿੰਨੇ ਦੀ ਵੇਚੀ ਸਭ ਨੂੰ ਪਤਾ। ਪਰ ਹੁਣ ਗੱਲ ਇਹ ਹੈ ਕਿ ਲੋਕ ਆਪਦਾ ਇਮਾਨਦਾਰ ਲੋਕ ਵਿੱਚ ਹੈਗੇ, ਕੁਮਰ ਵਿਜੇ ਪ੍ਰਤਾਪ ਵਰਗੇ, ਖੁੱਡੀਆਂ ਵਰਗੇ, ਗਿੱਲ ਵਰਗੇ, ਇਹ ਜਿਹੜੇ ਲੋਕ ਹੈਗੇ ਆ, ਇਹ ਜੇ ਇਹਨਾਂ ਦੇ ਉੱਤੇ ਵਾਚ ਰੱਖਣ, ਇਹ ਆਪਣਾ ਵਾਚ ਡੌਗ ਵਾਂਗੂ ਕੰਮ ਕਰਨ, ਮੈਨੂੰ ਲੱਗਦਾ ਕਿ ਤਾਂ ਹੀ ਇਹ ਪੰਜਾਬ ਦਾ ਭਲਾ ਹੋਊਗਾ, ਤਾਂ ਹੀ ਪੰਜਾਬ ਜਿੱਤਿਆ ਜਾਊਗਾ। ਥੈਂਕ ਯੂ ਸੋ ਮਚ ਦਾਨਾ ਸਾਹਿਬ। ਬਿਲਕੁਲ ਦੁਰਸਤ ਹੈ ਇਸ ਗੱਲ ਤੇ, ਬਿਲਕੁਲ। ਆਈਡੀਓਲੋਜੀ ਤਾਂ ਕੋਈ ਹੈ ਨਹੀਂ, ਆਈਡੀਓਲੋਜੀ ਹੈ ਨਹੀਂ, ਕਾਡਰ ਵੀ ਹੈ ਨਹੀਂ, ਆਈਡੀਓਲੋਜੀ। ਮੈਂ ਹੁਣ ਪੜ੍ਹ ਰਿਹਾ ਸੀ, ਬਹੁਤ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਪਹਿਲੇ ਪੜਾਅ ਦੇ ਵਿੱਚ ਜੀ। ਅੱਜ ਐਲਾਨ ਆ ਗਿਆ, ਭਗਵੰਤ ਸਿੰਘ ਮਾਨ ਨੇ ਕਹਿਤਾ ਜੀ ਮੈਂ ਕਸਮ ਜਿਹੜੀ ਹੈਗੀ ਸੀ ਮੇਰਾ ਮੰਤਰੀ ਮੰਡਲ ਜਾ ਕੇ ਖਟਖੜ ਕਰ ਲਊ। ਕਿਉਂ ਖਟਖੜ ਕਰਾਂ? ਗਲਤ ਹੈ ਬਿਲਕੁਲ, ਕਿਉਂਕਿ ਮੁਕਾਮ ਬਹੁਤ ਵੱਡਾ। ਨਹੀਂ, ਖਟਖੜ ਕਲਾ ਇੱਕ ਆਈਡੀਓਲੋਜੀ ਹੈ। ਤੁਸੀਂ ਉਸ ਆਈਡੀਓਲੋਜੀ ਤੇ ਮਾਨ ਸਾਹਿਬ ਪਹਿਲਾਂ ਕਦੋਂ ਪਹਿਰਾ ਦਿੱਤਾ ਹੈ? ਤੁਸੀਂ ਜਦੋਂ ਮਨਪ੍ਰੀਤ ਦੇ ਨਾਲ ਪੀਪਲ ਪਾਰਟੀ ਆਫ ਪੰਜਾਬ ਬਣਾਈ ਆ, ਉਦੋਂ ਵੀ ਜਾ ਕੇ ਮਿੱਟੀ ਖਟਖੜ ਕਲਾ ਦੀ ਹੱਥ ਚੁੱਕੀ ਸੀ। ਕਿੱਥੇ ਗਿਆ ਉਹ ਸਾਰਾ ਕੁਝ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੱਪੜਚਿੜੀ ਦੇ ਵਿੱਚ ਜਾ ਕੇ ਸਹੁੰ ਚੁੱਕੀ ਸੀ, ਕਿੱਥੇ ਗਈ ਚੱਪੜਚਿੜੀ ਵਾਲੀ ਆਈਡੀਓਲੋਜੀ ਜੀ? ਉਹ ਜਿਹੜੀ ਆਈਡੀਓਲੋਜੀ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਆਈਡੀਓਲੋਜੀ ਸੀ, ਜਿਹੜੀ ਮੁਗਲਾਂ ਦੇ ਖਿਲਾਫ ਲੜਾਈ ਹੋਈ ਸੀ, ਮੁਗਲਾਂ ਦੇ ਖਿਲਾਫ ਨਹੀਂ ਲੜਾਈ ਹੋਈ ਸੀ, ਐਕਚੁਅਲੀ ਜ਼ੁਲਮ ਦੇ ਖਿਲਾਫ ਲੜਾਈ। ਤੁਸੀਂ ਜ਼ੁਲਮ ਦੇ ਪ੍ਰਤੀਕ ਤਾਂ ਆਪ ਬਣ ਗਏ, ਪਰਚੇ ਵੱਧ ਤੋਂ ਵੱਧ ਤੁਹਾਡੇ ਕਿੰਨੇ ਕਿਸ ਜ਼ਮਾਨੇ ਦੇ ਵਿੱਚ ਹੁੰਦੇ ਰਹੇ, ਕਿਵੇਂ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਕਬਜ਼ੇ ਹੁੰਦੇ ਰਹੇ, ਢਾਬਿਆਂ ਤੇ ਕਬਜ਼ੇ ਹੁੰਦੇ ਰਹੇ, ਕਾਰੋਬਾਰ ਤੇ ਕਬਜ਼ੇ ਹੁੰਦੇ ਰਹੇ। ਇਸੇ ਤਰੀਕੇ ਨਾਲ ਜੇ ਤੁਸੀਂ ਜਿਹੜਾ ਤੁਸੀਂ ਪਰਫਾਰਮ ਕਰਨਾ, ਸਰਕਾਰ ਆਪਣੀ ਗਵਰਨਮੈਂਟ ਦੇ ਵੱਲੋਂ ਪਰਫਾਰਮ ਕਰੋ। ਅੱਜ ਤੁਸੀਂ ਉੱਥੇ ਜਾਓਗੇ, ਕੈਪਟਨ ਅਮਰਿੰਦਰ ਸਿੰਘ ਨੇ ਵੀ ਬਠਿੰਡੇ ਦੇ ਵਿੱਚ ਜੋ ਟੇਕ ਓਵਰ ਕੀਤਾ, ਦਮਦਮਾ ਸਾਹਿਬ ਵੱਲ ਸਹੁੰ ਚੁੱਕ ਕੇ ਕਿਹਾ ਸੀ, ਹਾਲਾਂਕਿ ਉਹਦਾ ਖਮਿਆਜਾ ਭੁਗਤਣਾ ਪਿਆ। ਜੇ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਦਾ ਕੱਖ ਨਾ ਰਵੇ, ਸੁਖਬੀਰ ਸਿੰਘ ਬਾਦਲ ਕਹਿੰਦਾ ਹੈ, ਉਹਦੇ ਘਰੋਂ ਵੀ ਕਹਿੰਦੀ ਸੀ, ਤੇ ਉਹੀ ਗੱਲ ਜਿਹੜੀ ਹੈਗੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਲੱਕ ਤੋੜ ਦੇਂਗੇ। ਹੁਣ ਸੇਮ ਪੋਜੀਸ਼ਨ, ਤੁਸੀਂ ਖਟਖੜ ਕਲਾ ਜਾ ਕੇ ਸਹੁੰ ਚੁੱਕੋਗੇ, ਮਾਫ ਕਰਨਾ
ਆ ਜਿਹੜੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ, ਇਹਦੇ ਚ ਮੈਂ ਬਹੁਤ ਵੱਡਾ ਕਿਸਾਨ ਅੰਦੋਲਨ ਦਾ ਜਿਹੜੀ ਉਹਨਾਂ ਨੇ ਚੇਤਨਤਾ ਪੈਦਾ ਕੀਤੀ ਉਹਦਾ ਨਤੀਜਾ ਹੈ। ਪਰ ਉਹ ਜਿਹੜੇ ਉਹ ਬੰਦੇ ਚੇਤਨਤਾ ਜਿਨ੍ਹਾਂ ਨੇ ਪੈਦਾ ਕੀਤੀ ਹੈ, ਉਹ ਕਾਰਪੋਰੇਟ ਜਗਤ ਦੇ ਖਿਲਾਫ ਸਭ ਤੋਂ ਵੱਧ ਕੀਤੀ ਹੈ। ਆਈਡੀਓਲੋਜੀ ਜੇ ਆਪਾਂ ਕੇਜਰੀਵਾਲ ਦੀ ਦੇਖੀਏ, ਮੈਂ ਜੋ ਪਾਇਆ ਜੀ ਨੇ ਗੱਲ ਕਹੀ ਹੈ, ਉੱਥੇ ਕਿੱਥੇ ਸੀ ਉਹਨੇ ਇੱਕ ਲਫ਼ਜ਼ ਨਹੀਂ ਬੋਲਿਆ ਉਹਨਾਂ ਨੇ, ਉਹਦੇ ਖਿਲਾਫ ਇੱਕ ਲਫ਼ਜ਼ ਨਹੀਂ ਬੋਲਿਆ। ਕਮਿਊਨਲਿਜ਼ਮ ਦੇ ਖਿਲਾਫ ਜੋ ਦਿੱਲੀ ਉਹਦੇ ਤੇ ਆਪਣਾ ਨਾਗਰਿਕਤਾ ਕਾਨੂੰਨ ਦੇ ਖਿਲਾਫ ਲੋਕ ਲੜਾਈ ਲੜਦੇ ਸੀ, ਕੀ ਗੱਲ ਕੀਤੀ ਸੀ? ਦਿੱਲੀ ਦੇ ਵਿੱਚ ਇੱਕ ਕਿਥੇ ਗਿਣੇ ਮਿੱਥੇ ਢੰਗ ਦੇ ਨਾਲ ਟਾਰਗੇਟ ਕੀਤਾ ਗਿਆ ਘੱਟ ਗਿਣਤੀ ਭਾਈਚਾਰੇ ਨੂੰ, ਉਹਨਾਂ ਦੇ ਪਰਚੇ ਬਣਾਏ ਗਏ, ਉਹਨਾਂ ਦੇ ਖਿਲਾਫ ਹੋਣ ਵਾਲੇ ਵਕੀਲਾਂ ਦਾ ਜਿਹੜਾ ਪੈਨਲ RSS ਦਾ ਸੀ ਉਹਨੂੰ ਪ੍ਰਵਾਨਗੀ ਦਿੱਤੀ ਇਹਨਾਂ ਨੇ। ਉਹ ਆਈਡੀਓਲੋਜੀ ਕਿੱਥੇ ਗਈ? ਸੋ ਤੁਸੀਂ ਪਰਫਾਰਮ ਕਰੋ, ਤੁਹਾਨੂੰ ਮੌਕਾ ਮਿਲਿਆ, ਤੁਸੀਂ ਆਪਣੇ ਪਰਫਾਰਮ ਕਰੋ, ਤੁਸੀਂ ਚੰਗੀ ਗਵਰਨੈਂਸ ਦਿਓ ਲੋਕਾਂ ਨੂੰ, ਉਹਦੇ ਵਿੱਚ ਤੁਹਾਡਾ ਨਾਂ ਜਾਊਗਾ। ਪਰ ਜਿਹੜੀ ਤੁਸੀਂ ਇਹ ਗੱਲਾਂ ਕਰ ਰਹੇ ਹੋ, ਇਹ ਫਿਰ ਉਹੀ ਗੱਲ ਤੇ ਆ ਗਏ, ਉਹਨਾਂ ਗੱਲਾਂ ਤੇ ਆ ਗਏ। ਇਹ ਗੱਲ ਜਿਹੜੀ ਨੁਕਸਾਨ ਪਹੁੰਚਾਊਗੀ ਬਿਲਕੁਲ। ਇਹਨਾਂ ਨੇ ਕਹਿ ਕੇ ਖੁੱਡੀਆਂ ਸਾਹਿਬ ਹੋ ਗਏ, ਗਿੱਲ ਸਾਹਿਬ ਹੋ ਗਏ, ਇਹ ਲੋਕ ਪਹਿਰਾ ਦਿਨ ਕੰਵਰ ਵਿਜੇ ਪ੍ਰਤਾਪ ਸਿੰਘ ਵਰਗੇ, ਪਰ ਇਹਨਾਂ ਨੂੰ ਪਹਿਰਾ ਦੇਣਗੇ ਕਿਉਂਕਿ ਨਾਲ ਜਿਹੜਾ ਨੇ ਦੂਜਾ ਮਾਲ ਪੱਤਾ ਦਿੱਤਾ ਹੈ, ਟਿਕਟਾਂ ਵਾਲੇ ਉਹ ਵੀ ਹੈਗੇ, ਫਿਰ ਉਹ ਕਮਾਈ ਵੀ ਕਰਨਗੇ। ਹਾਂਜੀ, ਆਪਣੇ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਸ਼ਾਰਟ ਦੇ ਵਿੱਚ ਇਹ ਹੈ ਜੀ, ਜਿਹੜੀ ਇਹ ਬੇਅਦਬੀ ਕਾਂਡ ਹੈ, ਸਿੱਖ ਕੌਮ ਨੂੰ, ਧਰਮ ਨੂੰ ਜਿਹੜੀ ਨਾ ਜੀ ਤਿੰਨ ਤਰ੍ਹਾਂ ਤੋਂ ਇਹਦਾ ਅੱਜ ਮਨ ਨੂੰ ਤਸੱਲੀ ਹੈ। ਵੀ ਇੱਕ ਤਾਂ ਜਿਹੜੀ ਇਹਨਾਂ ਨੇ ਕਿਹਾ ਸੀ ਕਿ ਅਰਦਾਸ ਕੀਤੀ ਸੀ ਵੀ ਬੇਅਦਬੀ ਕਰਾਉਣ ਵਾਲਿਆਂ ਦਾ ਕੱਖ ਨਾ ਰਵੇ ਜੀ, ਉਹ ਤਾਂ ਆ ਗਏ ਜੀ 15 ਤੋਂ 4। ਜਿਨ੍ਹਾਂ ਨੇ ਇਹਦੇ ਤੇ ਸਿਆਸਤ ਕੀਤੀ ਸੀ ਉਹ 77 ਤੋਂ ਆ ਗਏ 18 ਤੇ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਾ ਕੀਤਾ ਸੀ ਉਹ 0 ਤੇ ਆ ਗਏ ਜੀ। ਇਹ ਹੱਥਾਂ ਤੇ ਸਰੋਂ ਜਮਾਤੀ ਜੀ। ਗੁਰੂ ਸਾਹਿਬ ਨੇ ਬਹੁਤ ਵੱਡੀ ਇਸ ਗੱਲ ਦੇ ਵਿੱਚ ਮਨ ਨੂੰ ਸੰਤੁਸ਼ਟੀ ਹੈ ਕਿ ਧਰਮ ਦੇ ਨਾਂ ਤੇ ਜਿਹੜਾ ਵਰਤਦਾ ਉਹਦਾ ਹਾਲ ਇਹੋ ਹੀ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਮਿਹਰਬਾਨੀ। ਢਿੱਲੋਂ ਸਾਹਿਬ, ਇੱਕ ਹੋਰ ਹੈਰਾਨੀਜਨਕ ਜਿੱਤ ਜੀ। ਸਾਰਾ ਟਰਾਂਸਪੋਰਟ ਮਾਫੀਆ ਇੱਕ ਪਾਸੇ ਜੀ, ਪਰਿਵਾਰ ਰਲ ਗਿਆ ਜੀ, ਬੰਦੇ ਤੋਰੇ, ਸਾਹ ਭਰਦਾ ਅਖੀਰ ਉਹ ਕਹਿੰਦਾ ਕਬੱਡੀ ਟੁੱਟਣ ਤੋਂ ਪਹਿਲਾਂ ਪਾਲੇ ਤੇ ਹੱਥ ਲਾ ਗਿਆ ਰਾਜਾ ਵੜਿੰਗ। ਦੇਖੋ ਗੱਲ ਹੱਥ ਨਹੀਂ ਲੱਗਾ ਜੀ। ਰਾਜੇ ਨੇ ਕੂਕਾਂ ਮਾਰੀਆਂ, ਬੁਲਾਇਆ ਕਈ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ। ਇਹ ਜਦੋਂ ਗੱਲ ਕਹਿੰਦੇ ਉਹ ਕੂਕਿਆ, ਉਹਨੇ ਕਿਹਾ ਉਹ ਜਿਹੜੇ ਰਲ ਕੇ ਖੇਡਦੇ ਲੋਕੋ ਰਗੜ ਦਿਓ। ਉਹਨੇ ਕਿਹਾ ਬਠਿੰਡੇ ਤੋਂ ਲੈ ਕੇ ਲੰਬੀ ਤੇ ਜਲਾਲਾਬਾਦ ਤੱਕ ਸਭ ਨੂੰ ਰਗੜ ਦਿਓ ਜਿਹੜੇ ਰਲ ਕੇ ਖੇਡਦੇ। ਮੇਰਾ ਖਿਆਲ ਹੈ ਯਾਰ ਦੀਦਾ ਦਲੇਰੀ ਜਿੰਨੀ ਰਾਜੇ ਨੇ ਦਿਖਾਈ ਹੈ ਕਿਸੇ ਬੰਦੇ ਨੇ ਦਿਖਾਈ ਨਹੀਂ। ਕਾਂਗਰਸ ਪਾਰਟੀ ਦਾ MLA ਹੋਵੇ, ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਹੋਵੇ ਔਰ ਉਸ ਬੰਦੇ ਨੇ ਪਛਾਣ ਲਿਆ ਕਿ ਆ ਬੁਰਾਈ ਹੈ, ਇਹ ਬੁਰਾਈ ਹਰਾਉਣੀ ਜ਼ਰੂਰੀ ਹੈ, ਤੇ ਉਹ ਦੱਬ ਕੇ ਲੱਗਿਆ ਹੋਇਆ ਸੀ। ਉਹਨੂੰ ਹਰਾਉਣ ਵਾਸਤੇ ਕਿਹੜਾ ਹਰਬਾਨੀ ਵਰਤਿਆ? ਪੰਜਾਬ ਦੀ ਟਰਾਂਸਪੋਰਟ ਲਾਬੀ ਹੈ ਬਿਲਕੁਲ, ਜਿਹਦੇ ਵਿੱਚ ਅਕਾਲੀ ਵੀ ਹੈ, ਜਿਹਦੇ ਵਿੱਚ ਕਾਂਗਰਸੀ ਵੀ ਹੈ, ਜਿਹਦੇ ਵਿੱਚ ਕੋਈ ਅਲਮ ਗਲਮ ਹੋਰ ਵੀ ਹੋਊਗਾ। ਸਾਰਿਆਂ ਨੇ ਪੈਸੇ ਇਕੱਠੇ ਕੀਤੇ, ਰਾਜੇ ਦੇ ਖਿਲਾਫ ਲਾਏ। ਜਿੰਨੇ ਜਿਹੜੇ ਸੀਗੇ ਵਿਰੋਧੀ ਉਹ ਸਾਰੇ ਇੱਕਦਮ ਇਕੱਠੇ ਹੋ ਗਏ ਕਿ ਰਾਜਾ ਨਹੀਂ ਜਿੱਤਣ ਦੇਣਾ, ਭਾਵੇਂ ਕਾਲਾ ਚੋਰ ਜਿੱਤ ਜੇ। ਉਹ ਕੱਲਾ ਤੁਰਿਆ ਫਿਰਦਾ ਬੰਦਾ, ਉਹਦੇ ਨਾਲ ਉਹਦੇ ਸੱਜਣਾ ਮਿੱਤਰਾਂ ਦਾ ਇੱਕ ਹੈਗਾ ਸਿਲਸਿਲਾ। ਬੋਲਬਾਣੀ ਉਹਦੀ ਥੋੜੀ ਜਿਹੀ ਜਿਹੜੀ ਹੈਗੀ ਹੈ, ਕਿਉਂਕਿ ਜਿਹੜਾ ਬੰਦਾ ਸੱਚ ਜੇ ਬੋਲਦਾ ਨਾ ਥੋੜਾ ਜਿਹਾ, ਉਹ ਸੱਚ ਜਿਹੜਾ ਹੈਗਾ ਚੰਗਾ ਨਹੀਂ ਲੱਗਦਾ। ਉਹ ਬੰਦੇ ਨੇ ਲੜਾਈ ਲੜੀ, ਘੇਰ ਲਿਆ। ਮੈਂ ਵੀ ਸੋਚਦਾ ਸੀ ਰਾਜਾ ਘਿਰ ਗਿਆ। ਮੈਨੂੰ ਇਸ ਗੱਲ ਦਾ, ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਜਿੱਤਣੇ ਚਾਹੀਦੇ, ਅਸੈਂਬਲੀ ਜਾਣੇ ਚਾਹੀਦੇ, ਮੇਰੀ ਦਿਲੀ ਇੱਛਾ ਸੀ ਬੰਦਾ ਜਿੱਤਣਾ ਚਾਹੀਦਾ, ਪਰ ਮੈਨੂੰ ਨਾ ਥੋੜਾ ਜਿਹਾ ਸਦਮਾ ਸੀ ਇਸ ਗੱਲ ਦਾ ਕਿ ਰਾਜਾ ਘਿਰ ਗਿਆ ਤੇ ਇਹਨੂੰ ਚੱਲਣ ਨਹੀਂ ਦੇਣਗੇ। ਅੱਜ ਉਹਨੇ ਫਿਰ ਜ਼ਾਹਰ ਵੀ ਕੀਤੀ। ਉਹ ਕਹਿੰਦਾ ਯਾਰ ਜਦੋਂ ਦੇਖਿਆ ਨਾ ਵੀ ਗੱਲ ਬਣਦੀ ਨਹੀਂ ਤੇ ਹਾਰ ਕੇ ਜਾ ਕੇ ਘਰੇ ਬਹਿ ਗਿਆ ਸੀ। ਪਰ ਕਹਿੰਦਾ ਗਿੱਦੜਬਾਹਾ ਦੇ ਲੋਕਾਂ ਦਾ ਯਾਰ ਪਿਆਰ ਤੇ ਸਤਿਕਾਰ ਜਿਹੜਾ ਉਹਨਾਂ ਨੇ ਪਿਆਰ ਦਿੱਤਾ, ਆਖਰੀ ਹੱਲੇ ਦੇ ਵਿੱਚ ਟੈਲੀਫੋਨ ਆ ਗਿਆ ਵੀ ਆ ਜਾਓ ਜੀ, ਕਾਹਨੂੰ ਬੈਠੇ ਹੋ ਘਰੇ, ਗੱਲ ਬਣ ਗਈ। ਤੇ ਜਦੋਂ ਬਣਿਆ ਉਹ ਜਾ ਕੇ ਤੇ ਉਹਨੂੰ ਬਣ ਗਿਆ। ਤੇ ਉਹਨੇ ਫਿਰ ਜਿਹੜਾ ਪਹਿਲੀ ਗੱਲ ਕਹੀ ਹੈ, ਉਹ ਕਹਿੰਦਾ ਯਾਰ ਨਜ਼ਾਰਾ ਆ ਗਿਆ, ਸਲਾਮ ਕਰਦੇ ਅਸੀਂ ਲੋਕਾਂ ਨੂੰ। ਸਾਡੀ ਸਰਕਾਰ ਨਹੀਂ ਬਣੀ, ਸਾਡੇ ਝੂਣਤਾਈਆਂ ਹੋਣਗੀਆਂ, ਕਮੀਆਂ ਪੇਸ਼ੀਆਂ ਦੇਖਾਂਗੇ, ਜਿਹੜੀ ਡਿਊਟੀ ਪਾਰਟੀ ਦੇਊਗੀ ਲਵਾਂਗੇ, ਪਰ ਕਹਿੰਦਾ ਇੱਕ ਸਵਾਦ ਆ ਗਿਆ। ਸਵਾਦ ਕਹਿੰਦੇ ਕੀ ਆ ਗਿਆ? ਉਹ ਕਹਿੰਦਾ ਯਾਰ ਬਠਿੰਡੇ ਤੋਂ ਲੰਬੀ ਬਾਇਆ ਜਲਾਲਾਬਾਦ ਪੱਟੀ ਜਿੱਥੇ ਬਾਦਲ ਸਾਹਿਬ ਦਾ ਸਨ-ਇਨ-ਲਾ ਆਦੇਸ਼ ਪ੍ਰਤਾਪ ਸਿੰਘ ਖੜੋਤਾ ਹੋਇਆ, ਤੇ ਫਿਰ ਅੰਮ੍ਰਿਤਸਰ ਪੂਰਬੀ ਈਸਟ ਜਿੱਥੇ ਬਿਕਰਮ ਸਿੰਘ ਮਜੀਠੀਆ ਖੜਿਆ ਹੈਗਾ, ਸਭ ਸਾਫ਼ ਕਰਤੇ। ਕਹਿੰਦਾ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਕਹੀ ਹੈ ਰਾਜੇ ਨੇ। ਔਰ ਦਾਨੇਲੀਆ ਸਾਹਿਬ ਜੀ ਦੇ ਨਾਲ ਲੋਕ ਹੋਣ ਨਾ ਤੇ ਬੰਦਾ ਗੱਲ ਕਰਦਾ ਹੋਵੇ, ਠੀਕ ਹੈ ਕਿ ਕੋਰਟਾਂ ਚੋਂ ਸਟੇ ਮਿਲ ਗਏ, ਬੱਸਾਂ ਚਲਾਤੀਆਂ ਕਰਤੀਆਂ, ਪਰ ਜਿਹੜੀ ਦੀਦਾ ਦਲੇਰੀ ਰਾਜੇ ਨੇ ਦਿਖਾਈ ਹੈ। ਪਿਛਲੇ ਦਿਨਾਂ 'ਚ ਮੈਨੂੰ ਬਾਈ ਇੱਕ ਦਾ ਫੋਨ ਆਇਆ ਕੈਨੇਡਾ ਚੋਂ ਜੀ, ਮਿੱਤਰ ਪਿਆਰਾ ਹੈ ਔਲਖ ਸਾਹਿਬ, ਬਹੁਤ ਵਧੀਆ ਬੰਦੇ ਹੈ, ਬਲਵਿੰਦਰ ਓਲੀਵਰ ਤੋਂ। ਹਾਂ ਯਾਰ ਕੀ ਹਾਲ ਹੈ ਰਾਜੇ ਦਾ? ਮੈਂ ਉਹਨੂੰ ਕਿਹਾ, ਮੈਂ ਕਿਹਾ ਬਾਈ ਰਾਜਾ ਫਸ ਗਿਆ।
ਕਹਿੰਦਾ ਯਾਰ ਉਹ ਬੰਦਾ ਜਿੱਤਣਾ ਚਾਹੀਦਾ ਹੈ। ਸਰ ਜੀ ਕਹਿੰਦਾ ਯਾਰ ਉਹਦੇ ਫੈਨ ਆ, ਬੰਦਾ ਸ਼ੇਰ ਹੈ। ਮੈਂ ਗੱਲ ਕੀ ਹੈ? ਕਹਿੰਦਾ ਯਾਰ ਸੱਦਾਂਗੇ, ਮੈਨੂੰ ਟੈਲੀਫੋਨ ਨੰਬਰ ਭੇਜ ਦਿਓ, ਅਸੀਂ ਉਹਨੂੰ ਸੱਦਾਂਗੇ, ਉਹਨੂੰ ਸੱਦ ਕੇ ਉਹਦਾ ਮਾਣ ਸਨਮਾਨ ਕਰਾਂਗੇ। ਯਾਰ ਕਹਿੰਦਾ ਇਹੋ ਜਿਹੇ ਬੰਦੇ ਚਾਹੀਦੇ। ਇਹ ਹੈ ਦਾਨੇਵਾਲੀਆ ਸਾਹਿਬ ਬੰਦੇ ਦਾ ਕਿਰਦਾਰ ਦਾ ਮੁੱਲ ਪੈਂਦਾ ਹੈ। ਇੱਥੇ ਬਥੇਰੇ 117 ਹਲਕਿਆਂ ਦੇ ਵਿੱਚ ਬਹੁਤ ਸਾਰੇ ਹੋਰ ਲੋਕ ਖੜੇ ਹੈ ਤੇ ਜੇ ਵਿਦੇਸ਼ ਦੇ ਵਿੱਚ ਬੈਠੇ ਵੀ ਸਾਡੇ ਭਾਈਚਾਰੇ ਦੇ ਲੋਕ ਇਹ ਕਹਿੰਦੇ ਆ ਯਾਰ ਆਹ ਕਿਰਦਾਰ ਆ ਬੰਦੇ ਦਾ, ਤੇ ਅਸੀਂ ਇਸ ਬੰਦੇ ਨੂੰ ਚੰਗਾ ਸਮਝਦੇ ਹਾਂ, ਇਹਦਾ ਅਸੀਂ ਮਾਨ ਤਾਨ ਵੀ ਕਰਾਂਗੇ, ਇਹਦੀ ਮਾਲੀ ਮਦਦ ਵੀ ਕਰਾਂਗੇ ਜੀ। ਅਸਲ ਮੈਂ ਕਹੂੰਗਾ ਕਿ ਇਹ ਬੰਦੇ ਦੀ ਕਮਾਈ ਹੁੰਦੀ ਹੈ ਔਰ ਉਸ ਕਮਾਈ ਦਾ ਮੁੱਲ ਅੱਜ ਉਹਨੂੰ ਮਿਲਿਆ ਗਿੱਦੜਬਾਹਾ ਹਲਕੇ 'ਚ। ਜਦੋਂ ਗਿੱਦੜਬਾਹਾ ਹਲਕੇ ਦੀ ਆਪਾਂ ਗੱਲ ਕਰਦੇ ਹਾਂ, ਆਪਣਾ ਦਾਨੇਵਾਲੀਆ ਸਾਹਿਬ, ਮੇਰੇ ਉਹ ਸਮਾਂ ਯਾਦ ਹੈ ਜਦੋਂ ਬਾਦਲ ਸਾਹਿਬ ਨੇ ਪਹਿਲੀ ਇਲੈਕਸ਼ਨ ਲੜੀ ਸੀ 1957 'ਚ। ਉਦੋਂ ਗਿੱਦੜਬਾਹਾ ਹਲਕਾ ਮਲੋਟ ਦਾ ਹਿੱਸਾ ਹੁੰਦਾ ਸੀ ਔਰ ਬਾਦਲ ਸਾਹਿਬ ਉਦੋਂ ਦੀਆਂ ਚੋਣਾਂ ਲੜਨ ਲੱਗੇ ਤੇ ਹਾਰੇ। 57 'ਚ ਲੜੀ, 62 ਦੇ ਵਿੱਚ ਨਹੀਂ ਲੜੀ, 67 'ਚ ਲੜੀ, ਕਰੀਬ 55 ਵੋਟਾਂ ਤੇ ਹਾਰ ਗਏ ਸੀ ਤੇ ਉਸ ਤੋਂ ਬਾਅਦ ਮੁੜ ਕੇ ਹਾਰ ਦਾ ਮੂੰਹ ਨਹੀਂ ਦੇਖਿਆ ਸੀ। ਜਿੱਤੇ ਆਏ ਸੀ ਤੇ ਗਿੱਦੜਬਾਹਾ ਹਲਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਜਗੀਰ ਮੰਨੀ ਜਾਂਦੀ ਸੀ। ਇਹਨਾਂ ਨੇ 1995 ਦੇ ਵਿੱਚ ਜਦੋਂ ਰਘਵੀਰ ਸਿੰਘ ਨੂੰ ਡਿਸਕੁਆਲੀਫਾਈ ਕਰਤਾ ਸੀ, ਆਪਦਾ ਭਤੀਜਾ ਖੜਾ ਕੀਤਾ ਮਨਪ੍ਰੀਤ ਸਿੰਘ ਬਾਦਲ। ਉਦੋਂ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਹਾਸ਼ੀਏ ਤੇ ਚਲਾ ਗਿਆ ਸੀ ਤੇ ਬਾਦਲ ਪਰਿਵਾਰ ਦੀ ਜੇ ਮੁੜ ਸੁਰਜੀਤੀ ਹੋਈ ਸੀ ਉਸ ਗਿੱਦੜਬਾਹਾ ਤੋਂ ਹੋਈ ਸੀ ਤੇ ਲਗਾਤਾਰ ਮਨਪ੍ਰੀਤ ਸਿੰਘ ਬਾਦਲ ਉੱਥੋਂ ਜਿੱਤਦੇ ਆਏ। ਪਰ ਜਦੋਂ ਮਨਪ੍ਰੀਤ ਨੂੰ ਹਰਾਇਆ, ਕਿਹਨੇ ਹਰਾਇਆ ਸੀ? ਰਾਜੇ ਵੜਿੰਗ ਨੇ। ਅੱਜ ਉਹ ਹਲਕਾ ਜੇ ਰਾਜੇ ਨੂੰ ਤੀਜੀ ਵਾਰੀ ਵਿਧਾਨ ਸਭਾ 'ਚ ਭੇਜਦਾ ਤਾਂ ਮੈਂ ਰਾਜੇ ਨੂੰ ਕੰਗਰੈਚੁਲੇਟ ਵੀ ਕਰੂੰਗਾ, ਉਸ ਹਲਕੇ ਦੇ ਲੋਕਾਂ ਦਾ ਧੰਨਵਾਦ ਵੀ ਕਰੂੰਗਾ ਵੀ ਯਾਰ ਠੀਕ ਹੈ, ਬੰਦੇ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਹੋਵੇ ਪਰ ਜਿਹੜਾ ਬੰਦਾ ਡਾਢਿਆਂ ਨਾਲ ਲੜਨ ਵਾਲਾ ਨਾ, ਹਿੱਕ ਕੱਢ ਕੇ ਲੜਨ ਵਾਲਾ, ਯਾ ਮੇਰੀ ਹਿੱਕ ਮਾਰੋ ਗੋਲੀ ਮੈਂ ਮਰਨ ਵਾਸਤੇ ਤਿਆਰ ਹੈ, ਉਹਦਾ ਤੁਸੀਂ ਸਤਿਕਾਰ ਕੀਤਾ, ਤੁਸੀਂ ਵਧਾਈ ਦੇ ਪਾਤਰ ਹੋ। ਦਰਸ਼ਨ ਜਟਾਣਾ ਆਪਣੇ ਨਾਲ ਨੇ ਜੀ, ਇੱਥੋਂ ਕੀ ਕਹਿੰਦੇ ਆ ਅੱਜ ਕੱਲ੍ਹ ਕੈਲਗਰੀ ਹੈ। ਹਾਂਜੀ ਦਰਸ਼ਨ ਜੀ, ਪਹਿਲੀ ਵਾਰੀ ਵੇਖਿਆ ਜਿਹੜਾ ਕੈਨੇਡਾ ਦੇ ਵਿੱਚ ਲੋਕਾਂ ਨੇ ਜਸ਼ਨ ਮਨਾਇਆ ਰਾਤ ਦੇ 2 ਵਜੇ ਤੱਕ। ਯਾਰ ਕਮਾਲ ਹੀ ਹੋ ਗਈ, ਲੋਕਾਂ ਨੇ ਜਿੱਤ ਦਾ ਜਸ਼ਨ ਮਨਾਇਆ ਪਹਿਲੀ ਵਾਰੀ ਵੇਖਿਆ ਹੈ। ਬਿਲਕੁਲ ਅੰਦਰ ਬੈਠ ਕੇ ਭਾਵੇਂ ਤੁਸੀਂ 100 ਬੰਦੇ ਆਪਦਾ ਸ਼ੋਰ ਮਚਾਓ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸੜਕਾਂ ਤੇ ਨਹੀਂ ਆਉਣਾ ਤੇ ਸੜਕਾਂ ਤੇ ਨਾ ਆਏ ਤੇ ਲੋਕਾਂ ਨੇ ਇੰਨਾ ਜਸ਼ਨ, ਮੈਂ ਤਾਂ ਜ਼ਿੰਦਗੀ ਦੇ ਵਿੱਚ ਇਤਿਹਾਸ ਦੇ ਵਿੱਚ ਪੱਤਰਕਾਰੀ ਕਰਦੇ ਰਹੇ ਆ ਪਰ ਮੈਂ ਨਹੀਂ ਵੇਖਿਆ, ਪਹਿਲੀ ਵਾਰੀ ਵੇਖਿਆ ਜੀ। ਬਿਲਕੁਲ ਦਰਸ਼ਨ ਜੀ, ਲੋਕਾਂ ਨੂੰ ਖੁਸ਼ੀ ਸੀ ਜੀ। ਹਾਂਜੀ ਬਿਲਕੁਲ ਖੁਸ਼ੀਆਂ ਮਨਾਈਆਂ। ਮੈਂ ਵੀ ਅੱਜ ਜਦੋਂ ਫੋਨ ਕੀਤਾ ਵਧਾਈ ਦੇਣ ਵਾਸਤੇ, ਜਦੋਂ ਆਪਾਂ ਜਾਣਾ ਸੀ ਉਧਰ ਨੂੰ ਲੰਬੀ ਵਾਲੇ ਹਲਕੇ ਨੂੰ, ਯਾਦ ਆ ਗਿਆ। ਮੈਂ ਕਿਹਾ ਯਾਰ ਮੈਂ 2017 'ਚ ਗਿਆ ਸੀ ਕੈਨੇਡਾ, ਉਦੋਂ ਮੈਂ ਹਰਮੀਤ ਹੋਣਾ ਕੋਲੇ, ਹਰਮੀਤ ਖੁੱਡੀਆਂ ਕੋਲੇ ਰਿਹਾ ਸੀ 10-12 ਦਿਨ, ਮੈਨੂੰ ਉਹਦੇ ਘਰ ਰਿਹਾ ਸੀ। ਬੜਾ ਪਿਆਰ ਆ ਉਸ ਪਰਿਵਾਰ ਨਾਲ। ਉਹਨਾਂ ਦੀ ਵਾਈਫ ਵੀਰਪਾਲ ਬਹੁਤ ਅੱਛੀ ਕੁੜੀ ਹੈ, ਉਹਨਾਂ ਦੇ ਬੱਚੇ ਜਿਹੜੇ ਹੈਗੇ ਬੜਾ ਮੁਹੱਬਤ ਪਿਆਰ ਕਰਦੇ ਆ। ਮੈਂ ਕਿਹਾ ਚੱਲ ਛੋਟਾ ਭਰਾ ਨੂੰ ਵਧਾਈ ਦੇਈਏ ਤੇ ਮੈਂ ਜੋ ਵਧਾਈ ਦੇ ਰਿਹਾ ਤੇ ਖੜਕਾ ਜਾ ਹੋਵੇ, ਲੋਕ ਬੋਲੀ ਜਾਣ। ਫਿਰ ਮੈਂ ਕਿਹਾ ਯਾਰ ਕਿ ਮੈਂ ਸੋਚੀ ਜਾਂਦਾ ਸੀ ਮੈਂ ਕਿਤੇ ਉਹ ਇੱਥੇ ਆ, WhatsApp ਕਾਲ ਕੀਤੀ ਸੀ, ਫਿਰ ਪਤਾ ਲੱਗਿਆ ਵੀ ਉੱਥੇ ਜਿਹੜਾ ਹੈਗਾ ਤੁਹਾਡਾ ਵੈਨਕੂਵਰ ਦੇ ਵਿੱਚ ਵੀ ਬੈਂਕਟ ਹਾਲ ਬੁੱਕ ਕਰਾਈ ਬੈਠੇ ਤੇ ਲੋਕ ਉੱਥੇ ਵੀ ਖੁਸ਼ੀਆਂ ਮਨਾਈ ਜਾਂਦੇ। ਮੈਂ ਦਾਨੇਵਾਲੀਆ ਸਾਹਿਬ ਆਪਾਂ ਫਿਰਦੇ ਸੀ ਲੰਬੀ ਹਲਕੇ 'ਚ, ਪਤਾ ਨਹੀਂ ਲੱਗਦਾ ਸੀ ਟੈਲੀਫੋਨਾਂ ਦੇ ਉੱਤੇ ਮੈਂ ਕਈ ਕਾਲਾਂ ਜਿਹੜੀਆਂ ਹੈਗੀਆਂ ਆਪਣੇ ਸਤਿੰਦਰ ਸਿੰਘ ਮਿੱਠੀ ਜੀ, ਉਹਨਾਂ ਦੀਆਂ ਕਾਲਾਂ ਦੇ ਉੱਤੇ ਕੈਲਗਰੀ ਤੋਂ ਉਹਨਾਂ ਦੀਆਂ ਗੱਲਾਂ ਆਈਆਂ ਪਈਆਂ। ਮਤਲਬ ਤੁਸੀਂ ਇਹ ਦੇਖੋ ਕਿ ਲੋਕਾਂ ਨੂੰ ਖੁਸ਼ੀ ਆ, ਉਹ ਖੁਸ਼ੀ ਜਿਹੜੀ ਹੈ ਸਾਡੇ ਨਾਲ ਵੀ ਸਾਂਝੀ ਕਰਦੇ, ਕਿਉਂਕਿ ਆਪਣਾ ਜਿੰਨਾ ਸਹਿਚਾਰ ਹੈਗਾ ਰੇਡੀਓ ਦੀ ਮਾਧਿਅਮ ਨਾਲ ਆਪਾਂ ਉਹਨਾਂ ਨਾਲ ਜੁੜੇ ਹੋਏ ਹਾਂ। ਸਾਰੇ ਬੰਦੇ ਨੂੰ ਖੁਸ਼ੀ ਤਾਂ ਹੈ ਹੀ ਹੈ, ਕੋਈ ਸ਼ੱਕ ਨਹੀਂ। ਅੱਛਾ ਢਿੱਲੋਂ ਸਾਹਿਬ, ਬੀਜੇਪੀ ਨੂੰ ਕਿਵੇਂ ਲੈ ਕੇ ਚੱਲਦੇ ਆ? ਦੇਖੋ ਬੀਜੇਪੀ ਨੂੰ ਮੈਂ ਸਮਝਦਾ ਕਿ ਬੀਜੇਪੀ ਨੇ ਬੜੇ ਔਖੇ ਹਾਲਾਤਾਂ ਦੇ ਵਿੱਚ ਇਹ ਚੋਣ ਲੜੀ ਹੈ। ਤਿੰਨ ਕਾਲੇ ਕਾਨੂੰਨਾਂ ਤੋਂ ਬਾਅਦ ਬੀਜੇਪੀ ਦੀ ਸਥਿਤੀ ਇਹ ਸੀ ਕਿ ਲੋਕ ਉਹਨਾਂ ਨੂੰ ਤੁਰਨ ਨਹੀਂ ਦਿੰਦੇ ਸੀ, ਲੇਕਿਨ ਕਾਲੇ ਕਾਨੂੰਨ ਵਾਪਸ ਲੈ ਲਏ। ਬੀਜੇਪੀ ਨੇ ਚੋਣ ਲੜਨ ਦਾ ਫੈਸਲਾ ਕੀਤਾ। ਪਿਛਲੀ ਵਾਰੀ 2017 ਦੇ ਵਿੱਚ ਬੀਜੇਪੀ ਨੇ ਅਕਾਲੀਆਂ ਨਾਲ ਮਿਲ ਕੇ ਚੋਣਾਂ ਲੜੀਆਂ ਸੀ ਜੀ। ਉਦੋਂ ਕਿੰਨੀਆਂ ਸੀਟਾਂ ਆਈਆਂ ਸੀ ਇਹਨਾਂ ਨੂੰ? 8 ਨਾ 3 ਆਈਆਂ ਸੀ। 3 ਸੀਟਾਂ ਆਈਆਂ ਸੀ। ਹੁਣ ਜਿਹੜੀ ਹੈਗੀ ਉਹਨਾਂ ਨੇ ਆਪਣੇ ਬਲਬੂਤੇ ਚੋਣ ਲੜੀ, ਅਕਾਲੀ ਦਲ ਨਾਲ ਸਮਝੌਤਾ ਨਹੀਂ ਹੈ। ਦੂਜੀਆਂ ਜਿਹੜੀਆਂ 2 ਪਾਰਟੀਆਂ ਨਾਲ, ਕੈਪਟਨ ਦੀ ਪਾਰਟੀ ਨਾਲ ਜਾਂ ਢੀਂਡਸਾ ਸਾਹਿਬ ਦੀ ਪਾਰਟੀ ਨਾਲ, ਉਹਨਾਂ ਪਾਰਟੀਆਂ ਦੇ ਕੋਲ ਬਹੁਤਾ ਹੈ ਨਹੀਂ। ਉਹ ਅਕਾਲੀ ਦਲ ਨਾਲ ਤਾਂ ਉਹਨਾਂ ਦਾ ਬੇਸ ਹੈ ਨਹੀਂਗਾ, ਉਹਨਾਂ ਕੱਢ ਰਹੇ ਨਹੀਂ, ਪਰ ਉਹ ਸੀਟਾਂ 2 ਲੈ ਗਏ। ਇਹ ਪਰਸੈਂਟੇਜ ਕਿੰਨੀ ਪੈਂਦੀ ਹੈ ਸਵੇਰੇ ਆਪਾਂ ਦੇਖਾਂਗੇ ਉਹਨਾਂ ਨੂੰ। 2 ਸਵੇਰੇ 2 ਉਹਨਾਂ ਨੂੰ 2 ਸੀਟਾਂ ਮਿਲ ਗਈਆਂ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਨੁਕਸਾਨ ਘੱਟ ਹੋਇਆ, ਉਹਨਾਂ ਨੇ ਆਪਣਾ ਪੱਲਾ ਬਚਾ ਕੇ ਰੱਖਿਆ ਜੀ। ਹੁਣ ਅਗਲੀ ਗੱਲ ਦੇਖਣ ਵਾਲੀ ਹੈ ਕਿ ਕਾਂਗਰਸ ਪਾਰਟੀ ਹਾਸ਼ੀਏ ਤੇ ਚਲੀ ਜਾਈ ਹੈ। ਮੇਰੇ ਖਿਆਲ ਮੁਤਾਬਕ ਕਾਂਗਰਸ ਪਾਰਟੀ ਤੇ ਬੀਜੇਪੀ ਦਾ ਜਿਹੜਾ ਤੁਹਾਡਾ ਅਕਾਲੀ ਦਲ ਦਾ ਜਿਹੜਾ ਇਹਨਾਂ ਨੇ ਖਲਾ ਪੈਦਾ ਹੋ ਗਿਆ।
ਜਿਹੜਾ ਵੈਕਿਊਮ ਪੈਦਾ ਹੋਇਆ ਉਸ ਵੈਕਿਊਮ ਨੂੰ ਬੀਜੇਪੀ ਭਰਨ ਦੀ ਕੋਸ਼ਿਸ਼ ਕਰੂਗੀ 2022 ਤੋਂ ਬਾਅਦ 24 ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਦੇ ਵੇਲੇ ਤੱਕ। ਔਰ ਜੋ ਕਾਂਗਰਸ ਪਾਰਟੀ ਦੀ ਹਾਲਤ ਹੈ, ਮੈਨੂੰ ਨਹੀਂ ਲੱਗਦੀ ਵੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਹੜੀ ਕੌਮੀ ਲੀਡਰਸ਼ਿਪ ਹੈ ਉਹਨੇ ਕੋਈ ਇਸ ਹਾਰ ਤੋਂ ਸਬਕ ਸਿੱਖੇ। ਜੇ ਸਬਕ ਸਿੱਖਿਆ ਨਾ ਤਾਂ 2019 ਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਹਾਰ ਹੋਈ ਹੈ ਉਦੋਂ ਹੀ ਸਬਕ ਸਿੱਖ ਲੈਣਾ ਚਾਹੀਦਾ ਸੀ ਵੀ। ਜਿਹੜਾ 23 ਜਿਹੜੇ ਸੀਨੀਅਰ ਲੀਡਰਾਂ ਨੇ ਇੱਕ ਚਿੱਠੀ ਲਿਖੀ G23 ਕਹਿੰਦੇ ਜਿਨ੍ਹਾਂ ਨੂੰ, ਉਹਦੇ ਤੋਂ ਕੋਈ ਸਬਕ ਨਹੀਂ ਸਿੱਖਿਆ, ਸਗੋਂ ਉਹਨਾਂ ਨੂੰ ਜਿਹੜੇ ਕਹਿੰਦੇ ਵੀ ਆਪਾਂ ਬਚਾ ਲਈਏ ਪਾਰਟੀ ਨੂੰ, ਉਹਨਾਂ ਨਾਲ ਦੁਸ਼ਮਣੀ ਵਾਲੀ ਭਾਵਨਾ ਰੱਖੀ। ਜੇ ਮਨੀਸ਼ ਤਿਵਾੜੀ ਵਰਗਾ ਬੰਦਾ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਦਾ ਕਿਰਾਏਦਾਰ ਨਹੀਂ, ਮੈਂ ਹਿੱਸੇਦਾਰ ਹਾਂ, ਮੇਰਾ ਪਿਓ ਵੀ ਕਾਂਗਰਸ ਪਾਰਟੀ 'ਚ ਰਿਹਾ, ਰਾਜ ਸਭਾ ਦਾ ਮੈਂਬਰ ਰਿਹਾ, ਮੇਰਾ ਪਿਓ ਸ਼ਹੀਦ ਵੀ ਹੋਇਆ, ਮੈਂ ਵੀ ਪਾਰਟੀ ਦੇ ਵਿੱਚ ਹਾਂ, ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ ਆਲ ਇੰਡੀਆ ਦਾ, ਭਾਈ ਅਸੀਂ ਹਿੱਸੇਦਾਰ ਹਾਂ, ਅਸੀਂ ਪਾਰਟੀ ਨੂੰ ਛੱਡਣਾ ਨਹੀਂ ਚਾਹੁੰਦੇ, ਜੇ ਧੱਕੇ ਮਾਰੋਗੇ ਤਾਂ ਜਾਣਾ ਪਊਗਾ, ਸਾਨੂੰ ਛੱਡਣਾ ਪੈਣਾ। ਹੁਣ ਉਸ ਬੰਦੇ ਨੂੰ ਤੁਸੀਂ ਦੇਖੋ ਕਿ ਜਿਹੜੇ ਸਟਾਰ ਪ੍ਰਚਾਰਕਾਂ ਦੀ ਲਿਸਟ ਬਣਾਈ ਹੈ ਪੰਜਾਬ ਦੇ ਵਿੱਚ, ਉਹਦੇ ਵਿੱਚ ਉਹਦਾ ਨਾਂ ਹੀ ਹੈ ਨਹੀਂਗਾ। ਇਹਦੇ 'ਚ ਸਬਕ ਸਿੱਖਣ ਵਾਲੀ ਗੱਲ ਹੈ ਨਹੀਂ। ਲੱਗਦਾ ਨਹੀਂ ਮੈਨੂੰ ਵੀ ਕਾਂਗਰਸ ਪਾਰਟੀ ਕੋਈ ਸਬਕ ਸਿੱਖੂਗੀ। ਮੈਨੂੰ ਇਹ ਲੱਗਦੀ ਹੈ ਕਿ ਕਾਂਗਰਸ ਪਾਰਟੀ ਨੇ ਜਿਹੜੀ ਖਾਲੀ ਥਾਂ ਛੱਡਤੀ, ਜਾਂ ਅਕਾਲੀ ਦਲ ਵੀ ਇੱਕ ਪਰਿਵਾਰਕ ਪਾਰਟੀ ਬਣ ਕੇ ਰਹਿ ਗਈ ਹੈ। ਮੈਨੂੰ ਨਹੀਂ ਲੱਗਦਾ ਛੇਤੀ ਕਿਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਕਹੂਗਾ ਚੰਗਾ ਜੀ ਮੈਂ ਅਸਤੀਫਾ ਦਿੱਤਾ ਤੇ ਤੁਸੀਂ ਆਪਦੀ ਲੀਡਰਸ਼ਿਪ। ਨਹੀਂ, ਉਹ ਪਰਿਵਾਰਕ ਹੈ ਨਾ, ਉਹ ਪਰਿਵਾਰਕ ਪਾਰਟੀ ਬਣ ਗਈ। ਪਹਿਲਾਂ ਸੀ, ਅੱਜ ਤੋਂ ਮੰਨ ਲੈਂਦੇ ਵੀ 15 ਸਾਲ ਪਹਿਲਾਂ ਸੀਗੀ, ਪਰ ਨਹੀਂ ਪਰਿਵਾਰਕ ਪਾਰਟੀ ਛੱਡਣੀ ਉਹਨਾਂ ਵੀ ਨਹੀਂ। ਲੋਕ ਬਦਜਨ ਹੋ ਗਏ, ਇਸ ਕਰਕੇ ਲੋਕ, ਮੇਰਾ ਖਿਆਲ ਹੈ ਵੀ ਹੁਣ ਜੇ ਪਰਫਾਰਮ ਠੀਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਨਾ ਕੀਤਾ, ਬੀਜੇਪੀ ਦੇ ਕੋਲੇ ਕੇਂਦਰ ਦੇ ਵਿੱਚ ਸਰਕਾਰ ਹੈ, ਇਹਨਾਂ ਕੋਲੇ ਸਮਾਂ ਹੈਗਾ ਇਹਨੂੰ ਵੀ ਦੇਖੋ। ਕੇਂਦਰ ਦੇ ਜੇ ਗੱਲ ਕਰੀਏ ਤੇ ਜਿਵੇਂ ਹੁਣ ਜੇ ਪ੍ਰੋਜੈਕਟ ਦੇਣ ਤੇ ਆਉਣ ਤਾਂ ਬਠਿੰਡੇ ਦੇ ਥਰਮਲ ਪਲਾਂਟ ਦੇ ਵਿੱਚ ਕੋਈ ਕੇਂਦਰੀ ਪ੍ਰੋਜੈਕਟ ਲਾ ਦੇਣ, ਸਾਰਾ ਕੁਝ ਇਨਫਰਾਸਟ੍ਰਕਚਰ ਕੀ ਦਾ ਬਥੇਰਾ ਕੁਝ ਕਰਨ ਵਾਲਾ, ਬਹੁਤ ਕੁਝ ਕਰਨ ਵਾਲਾ ਪੰਜਾਬ ਦੇ ਵਿੱਚ ਤਾਂ ਬੜਾ ਕੁਝ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ ਖਾਲਸਾ ਜੀ। ਹਾਂਜੀ ਧੰਨਵਾਦ ਸਾਹਿਬ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਅਸਲ 'ਚ ਬਾਦਲ ਸਾਹਿਬ ਨੂੰ ਲੋਕਾਂ ਨੇ ਮਾਣ ਬੜਾ ਬਖਸ਼ਿਆ ਸੀ ਜੀ, ਔਰ ਉਹਨਾਂ ਦਾ ਫਰਜ਼ ਇਹ ਬਣਦਾ ਸੀ ਕਿ ਪੰਜਾਬ ਨੂੰ ਇਹੀ ਜਿਹੀ ਸਟੇਟ ਬਣਾਉਂਦੇ ਕਿ ਇੱਕ ਉਹਨੇ ਵੀ ਸਟੇਟ ਇਹ ਤਾਂ ਕਰਦੇ ਚੜਾਈ ਗਿਆ, ਆਪਦੀਆਂ ਜਾਇਦਾਦਾਂ ਬਣਾਈ ਗਏ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਥੇ ਲੋਕ ਜਾਗ ਪਏ, ਔਰ ਇਹ ਲੋਕ ਜਿਹੜੇ ਹੈ, ਲੋਕ ਕਹਿੰਦੇ ਸੀ ਵੀ ਸੁੱਤੇ ਪਏ, ਨਹੀਂ, ਇਹ ਪੰਜਾਬ ਨੇ ਮੁੱਢ ਤੋੜਿਆ ਸੀ, ਕਿਸਾਨੀ ਮੁੱਢ ਵੀ ਤੋੜਿਆ ਸੀ ਉਦੋਂ, ਤੇ ਹੁਣ ਇਹ ਮੁੱਢ ਵੀ ਤੋੜਿਆ। ਇਹ ਦੇਖੋ ਕਿੱਥੇ ਤੱਕ ਪਹੁੰਚਦਾ। ਬਹੁਤ ਤੁਹਾਡਾ ਧੰਨਵਾਦ। ਚਲੋ ਸਾਹਿਬ, ਜਿਵੇਂ ਖਾਲਸਾ ਜੀ ਨੇ ਗੱਲ ਕੀਤੀ ਹੈ, ਜਿਹੜੀ ਕਰਪਸ਼ਨ ਦੀ ਬਠਿੰਡੇ ਦੇ ਵਿੱਚ ਵੀ ਇਹੀ ਇੱਕ ਬਹੁਤ ਵੱਡੀ ਚੀਜ਼ ਸੀ, ਮਾਈਨਿੰਗ ਇੱਕ ਬਹੁਤ ਵੱਡਾ ਮਸਲਾ ਸੀ, ਕਬਜ਼ੇ ਬੜੇ ਵੱਡਾ ਮਸਲਾ ਸੀ, ਪੁਲਿਸ ਦੇ ਵਿੱਚ ਜਿਹੜੇ ਬੰਦੇ ਕੀਤੇ ਸੀ ਉਹਨਾਂ ਵੱਲੋਂ, ਇਹ ਵੀ ਇੱਕ ਬਹੁਤ ਵੱਡਾ ਮਸਲਾ ਤੇ ਤਾਈਏ ਤਾਂ ਫਿਰ ਹੋਰ ਹਾਰ ਕਿਉਂ ਏਡੀ ਵੱਡੀ ਹੋਈ ਹੈ। ਇਹ ਮਸਲੇ ਆਪਦੇ ਸੀ ਸਾਰੇ ਥਾਵਾਂ ਦੇ ਉੱਤੇ, ਉਹ ਤਾਂ ਸੋਚਿਆ ਨਹੀਂ ਨਾ ਕਿਸੇ ਨੇ ਵੀ ਲੋਕ ਕਦੇ ਇਸ ਗੱਲ ਦਾ ਵੀ ਹਿਸਾਬ ਕਿਤਾਬ ਮੰਗਣਗੇ ਉਹਨਾਂ ਲੋਕਾਂ ਤੇ ਬੈਂਸ ਭਰਾਵਾਂ ਦੇ ਦੋਨੇ ਹੀ ਗਏ। ਮੇਰਾ ਖਿਆਲ ਵੀ ਬੈਂਸ ਭਰਾਵਾਂ ਦਾ ਤਾਂ ਜਾਣਾ ਹੀ ਸੀ ਉਹਨਾਂ ਨੇ ਜੀ। ਬੈਂਸ ਭਰਾਵਾਂ ਦਾ ਸੀ ਕਿ ਉਹ ਤਾਂ ਤਿੰਨੇ ਗਏ, ਦੋ ਕੀ ਗਏ, ਤਿੰਨ ਦੋ, ਜੋ ਬਲਵਿੰਦਰ ਸਿੱਖੋਂ ਕਹਿੰਦਾ ਹੁੰਦਾ ਕਿ ਤਿੰਨ ਹੈ ਜਿਹੜੇ ਮਤਲਬ ਜਿਨ੍ਹਾਂ ਨੇ ਵੰਡੀਆਂ ਪਾਈਆਂ। ਹਿੰਦੂਆਂ ਵਾਲੇ ਪਾਸੇ ਜਿਹੜਾ ਹੈਗਾ ਆਸ਼ੂ ਆ ਗਿਆ ਸੀ, ਸਿੱਖਾਂ ਵਾਲੇ ਪਾਸੇ ਆ ਗਿਆ ਸੀ, ਵੰਡ ਕੇ ਉਹ 25-75 ਵਾਲੇ ਹਿਸਾਬ 'ਚ ਖੇਡਦੇ ਸੀ। ਉਹ ਤਾਂ ਉਹ ਜੋ ਹੋਣਾ ਸੀ ਹੋ ਗਿਆ ਜੀ। ਬੈਂਸ ਨੇ ਵੀ ਚੰਗਾ, ਉਹਨੇ ਸਿੱਖੋਂ ਨੇ ਵੀ ਚੰਗਾ ਰਗੜਾ ਕੱਢਿਆ। ਅੱਜ ਜਿਹੜਾ ਜੇ ਅੱਜ ਆ ਹਾਲਤ ਆਸ਼ੂ ਦੀ ਤੇ ਬੈਂਸਾਂ ਦੀ ਉਹਦਾ ਕਾਰਨ ਹੈ, ਉਹ ਬੈਂਸਾਂ ਦਾ ਤਾਂ ਕੱਢਿਆ ਹੋਇਆ ਸੀ ਨਾ ਪਿਛਲੇ ਦਿਨਾਂ ਦੇ ਵਿੱਚ, ਤੁਸੀਂ ਦੇਖਿਆ ਹੋਣਾ, ਵਾਰੰਟ ਕੱਢੇ ਹੋਏ ਸੀ ਤੇ ਉਹ ਕੋਰਟ 'ਚ ਬੈਠਾ ਸੀ। ਉਹ ਜਾ ਕੇ ਜੱਜ ਸਾਹਿਬ ਨੂੰ ਕਿਹਾ, ਜੱਜ ਸਾਹਿਬ ਤੁਸੀਂ ਤਾਂ ਬੰਦੇ ਨੂੰ ਭਾਲਦੇ ਫਿਰਦੇ ਹੋ ਬੈਠਾ ਉਹ ਤਾਂ ਫਿਰ ਉਹ ਭੱਜਣਾ ਪੈ ਗਿਆ ਸੀ। ਅੱਛਾ, ਕੋਰਟ 'ਚ ਬੈਠੇ, ਕੋਰਟ 'ਚ ਕਹਿੰਦਾ ਜੀ ਉਹ ਬੈਠਾ। ਉਹ ਕਹਿੰਦੇ ਜੱਜ ਸਾਹਿਬ ਨੇ ਟੱਲੀ ਮਾਰੀ, ਅਰਦਲੀ ਕਹਿੰਦੇ ਪੁਲਿਸ ਬੁਲਾਓ। ਪੁਲਿਸ ਦੀ ਗੱਲ ਸੁਣੀ, ਉਹਨੂੰ ਪਤਾ ਲੱਗੇ ਪੁਲਿਸ ਬੁਲਾਉਂਦੇ ਭੱਜ ਰਿਹਾ। ਉਹ ਕਹਿੰਦਾ ਮੈਂ ਇਹਨਾਂ ਬਦਮਾਸ਼ਾਂ ਦਾ ਡਰਦਾ, ਸ਼ਬਦ ਉਹਨੇ ਬਦਮਾਸ਼ ਵਰਤਿਆ ਸੀ। ਜੀ ਤੇ ਚਲੋ ਹੋਰ ਕੁਝ ਖਾਸ ਜੀ? ਬਸ ਥੈਂਕ ਯੂ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਹਾਜ਼ਰ ਹੋਣੇ। ਜੁੜੇ ਰਹੋ, ਸ਼ਵਿੰਦਰ ਜੀ ਮੇਰੇ ਨਾਲ ਜੁੜਨਗੇ ਤੇ ਹਰਮੇਲ ਸਿੰਘ ਧਾਲੀਵਾਲ ਹੋਰ ਕਹਿੰਦੇ ਪਰ ਲਾਲਚੀ ਲੀਡਰ ਅਣਗੌਲਿਆਂ ਕਰਦੇ ਸੀ ਤੇ ਖਜ਼ਾਨੇ ਖਾਲੀ ਵਾਂਗ ਕਹਿੰਦੇ ਡੱਬਾ ਵੀ ਖਾਲੀ ਹੋ ਗਿਆ। ਜਗਰੂਪ ਸਿੰਘ ਗਿੱਲ ਕਹਿੰਦੇ ਧੰਨਵਾਦ ਜੀ। ਸੋ ਮੈਂ ਕੁਝ ਮੈਸੇजेस ਨਹੀਂ ਪੜ੍ਹ ਸਕਿਆ ਤੁਹਾਡੇ, ਤੇ ਮੌੜ ਦੀ ਪੋਜੀਸ਼ਨ ਜੀ ਉਹ ਤਾਂ ਸਵੇਰ ਦੀਆਂ ਆ ਗਈਆਂ ਜੀ ਗੱਲਾਂ। ਸੋ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ।